ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 1067 1067 ਅੰਗ ਤੋਂ ਤੀਸਰੀ ਪਾਤਸ਼ਾਹੀ ਦੇ ਮਾਰੂ ਰਾਗ ਦੇ ਵਿੱਚ ਸੋਹਲੇ ਜਿਹੜੇ ਹੈਗੇ ਉਹ ਨਵੀਂ ਲੜੀ ਆਖਰੀ ਜਿਹੜੀ ਲੜੀ ਉਹਨਾਂ ਦੀ ਦੋ ਸੋਹਲੇ ਦੀ ਲੜੀ ਹੈਗੀ ਆਖਰੀ, ਉਹ ਲੈਣ ਲੱਗੇ ਹਾਂ ਜੀ। ਔਰ ਸੀਰੀਅਲ ਵਾਈਜ਼ ਜਿਹੜਾ 23ਵਾਂ ਸੋਹਲਾ ਹੈਗਾ ਜੇ ਮਾਰੂ ਰਾਗ ਦੇ ਵਿੱਚ ਤੀਸਰੀ ਪਾਤਸ਼ਾਹੀ ਦੇ ਇਹ 16 ਬੰਦਾਂ ਵਾਲੇ ਜਿਹੜੇ ਸ਼ਬਦ ਹੈਗੇ ਇਹ ਸਾਰੇ ਦੇ ਸਾਰੇ ਲਈਏ ਤੇ ਆਪਾਂ ਹੁਣ ਇਸ ਟਾਈਮ 23ਵਾਂ ਸ਼ਬਦ ਲੈ ਰਹੇ ਹਾਂ। ਮਾਰੂ ਮਹੱਲਾ ਤੀਜਾ। ਅਗਮ ਅਗੋਚਰ ਵੇ ਪਰਵਾਹੇ। ਅਗਮ ਅਗੋਚਰ ਵੇ ਪਰਵਾਹੇ, ਉਹ ਮਾਲਕ ਪਰਮਾਤਮਾ ਦੇ ਬਾਰੇ ਗਿਆਨ ਦੇ ਰਹੇ ਭਾਈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਅਗਮ ਹੈਗਾ, ਉਹ ਗੁਪਤ ਹੈਗਾ। ਉਹ ਮਾਲਕ ਪਰਮਾਤਮਾ ਅਪਹੁੰਚ ਹੈਗਾ। ਆਪਾਂ ਸਰੀਰ ਜਿਵੇਂ ਹੈ, ਸਰੀਰ ਆਪਾਂ ਨੂੰ ਉਹਦਾ ਸਰੀਰ ਨਹੀਂ ਹੈਗਾ ਕਿ ਜਿਹੜਾ ਆਪਾਂ ਉਹਨੂੰ ਮਾਲਕ ਨੂੰ ਲੱਭ ਲਵਾਂਗੇ। ਉਹ ਸਾਰਿਆਂ ਦੇ ਵਿੱਚ ਹੁੰਦੇ ਹੋਏ ਵੀ ਜਿਹੜਾ ਹੈਗਾ ਅਪਹੁੰਚ ਹੈਗਾ। ਅਗੋਚਰ ਅੱਖਾਂ ਤੋਂ ਪਰੇ ਹੈ, ਇੰਦਰੀਆਂ ਤੋਂ ਪਰੇ ਹੈ ਉਹ ਮਾਲਕ ਪਰਮਾਤਮਾ। ਔਰ ਤੀਸਰੀ ਕੁਆਲਿਟੀ ਹੈ ਉਹਦੀ, ਉਹ ਬੇਪਰਵਾਹ ਹੈਗਾ। ਉਹਨੂੰ ਕੋਈ ਕਿਸੇ ਦੀ ਕੋਈ ਚਿੰਤਾ ਸੋਚ ਫਿਕਰ ਕੁਛ ਨਹੀਂ ਹੈਗਾ ਉਹਨੂੰ ਮਾਲਕ ਪਰਮਾਤਮਾ ਨੂੰ। ਔਰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਹੈ। ਆਪਾਂ ਨੂੰ ਤਾਂ ਜਿਹੜਾ ਹੈਗਾ ਅੱਜ ਸਾਡਾ ਵਿਗੜ ਗਿਆ, ਨੁਕਸਾਨ ਹੋ ਗਿਆ, ਫਲਾਨਾ ਹੋ ਗਿਆ, ਆਪਾਂ ਨੂੰ ਹਰ ਚੀਜ਼ ਦੀ ਜਿਹੜੀ ਹੈਗੀ ਉਹਦੀ ਟੈਰੀਟਰੀ ਜਿਹੜਾ ਹੈਗਾ, ਉਹਦਾ ਘਰ ਜਿਹੜਾ ਹੈਗਾ ਐਡਾ ਵੱਡਾ ਹੈ ਕਿ ਉਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਔਰ ਉਸ ਮਾਲਕ ਪਰਮਾਤਮਾ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ। ਸਾਰੀ ਜਿਹੜੀ ਸ੍ਰਿਸ਼ਟੀ ਹੈਗੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਆਪੇ ਮਿਹਰਬਾਨ ਅਗਮ ਅਥਾਹੇ, ਕਹਿੰਦੇ ਉਹ ਮਿਹਰਬਾਨ ਹੈ, ਉਹ ਹਮੇਸ਼ਾ ਮਿਹਰ ਕਰਦਾ ਹੈ ਮਾਲਕ ਪਰਮਾਤਮਾ। ਆਪੇ ਮਿਹਰਬਾਨ, ਉਸੇ ਨੇ ਮਿਹਰ ਕਰਨੀ ਹੈ। ਅਗਮ ਹੈ, ਫਿਰ ਦੁਬਾਰਾ ਆ ਗਿਆ ਬਈ ਨਹੀਂ ਹੈ ਪਹੁੰਚ ਹੈਗਾ ਪਾਏ। ਔਰ ਅਥਾਹ ਹੈਗਾ, ਉਹਦਾ ਥਾਹ ਨਹੀਂ ਪਾਇਆ ਜਾ ਸਕਦਾ ਉਸ ਮਾਲਕ ਪਰਮਾਤਮਾ ਦਾ। ਆਪਾਂ ਬੂੰਦ ਹੈਗੇ ਆ, ਸਮੁੰਦਰ ਨੂੰ ਕਿਵੇਂ ਲੱਭ ਲਾਂਗੇ? ਆਪਾਂ ਕਿਵੇਂ ਸਮੁੰਦਰ ਦਾ ਥਾਹ ਲੱਭ ਲਾਂਗੇ ਪਾਏ? ਅੱਪੜ ਕੋਈ ਨਾ ਸਕੇ ਤਿਸਨੂੰ ਗੁਰ ਸ਼ਬਦੀ ਮੇਲ ਆਇਆ। ਕਹਿੰਦੇ ਕੋਈ ਉਹਨੂੰ ਅੱਪੜ ਨਹੀਂ ਸਕਦਾ ਉਸ ਮਾਲਕ ਪਰਮਾਤਮਾ ਨੂੰ। ਉਹਨੂੰ ਮਿਲਣ ਦਾ ਤਰੀਕਾ ਜਿਹੜਾ ਹੈਗਾ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਉਹ ਮਾਲਕ ਪਰਮਾਤਮਾ ਮਿਲਦਾ ਆ ਔਰ ਆਪ ਮਿਲਾ ਲੈਂਦਾ ਹੈ ਜੀਵ ਨੂੰ। ਜਿਹੜਾ ਵੀ ਇਨਸਾਨ ਜੀਵ ਜਿਹੜਾ ਹੈਗਾ ਇਨਸਾਨ ਦੇ ਜਾਮੇ 'ਚ ਹੋਣਾ ਚਾਹੀਦਾ ਹੈ। ਔਰ ਬ੍ਰਹਮ ਗਿਆਨ ਦੇ ਦੁਆਰਾ ਜਿਹੜਾ ਹੈਗਾ ਉਹ ਇਨਸਾਨ ਜਿਹੜਾ ਹੈਗਾ ਬ੍ਰਹਮ ਗਿਆਨ ਦੇ ਦੁਆਰਾ ਜੋ ਬ੍ਰਹਮ ਗਿਆਨ ਕਹਿ ਰਿਹਾ ਉਹ ਕਿਰਿਆ ਕਰਦਾ ਹੋਣਾ ਚਾਹੀਦਾ ਹੈ। ਗੁਰ ਸ਼ਬਦੀ ਮਿਲਾ ਤਾਂ ਮਾਲਕ ਜਿਹੜਾ ਹੈ ਮਿਲਾ ਲੈਂਦਾ। ਉਹਨੇ ਜਿਹੜਾ ਹੈਗਾ ਰਸਤਾ ਰੱਖਿਆ ਹੋਇਆ। ਤੁਧ ਨੂੰ ਸੇਵੇਂ ਜੋ ਤੁਧ ਭਾਵੇਂ। ਹੁਣ ਇੱਥੇ ਜਿਹੜਾ ਹੈਗਾ ਫਿਰ ਆਪਾਂ ਪੈਸੀਮਿਸਟਿਕ ਹੋ ਜਾਣਾ। ਫਿਰ ਤੁਧ ਨੂੰ ਸੇਵੇਂ ਜੋ ਤੁਧ ਭਾਵੇਂ, ਬਈ ਤੇਰੀ ਸੇਵਾ ਤਾਂ ਉਹੀ ਕਰ ਸਕਦੇ ਆ ਜਿਹੜੇ ਤੈਨੂੰ ਪਾਉਂਦੇ ਆ। ਹੁਣ ਮਾਲਕ ਨੇ ਤਾਂ ਇੰਨੇ ਇਨਸਾਨ ਬਣਾਏ ਹੋਏ, ਫਿਰ ਤਾਂ ਆਪਾਂ ਹੱਥ 'ਤੇ ਹੱਥ ਰੱਖ ਕੇ ਬੈਠ ਜਾਓ ਭਾਈ ਮਾਲਕ ਨੂੰ ਪਾਵਾਂਗੇ ਤੇ ਸੇਵਾ ਕਰ ਲਾਂਗੇ, ਨਹੀਂ ਤਾਂ ਸੇਵਾ ਕਰ ਹੀ ਨਹੀਂ ਸਕਦੇ। ਕਿਉਂਕਿ ਮਾਲਕ ਨੂੰ ਪਾਊਗਾ ਤਦ ਸੇਵਾ ਹੋਏਗੀ। ਬਸ ਆਹ ਜਿਹੜਾ ਹੈਗਾ ਇੱਥੇ ਆਹੀ ਸਲਿੱਪ ਡਿਸਕ ਹੈਗੀ। ਐਸੇ ਜਗ੍ਹਾ 'ਤੇ ਜਿਹੜਾ ਹੈਗਾ ਇਹਨੂੰ ਆਪਾਂ ਜਿਹੜੇ ਹੈਗੇ ਨਹੀਂ ਜਿਹੜੇ ਹੈਗੇ ਇਸ ਨੂੰ ਜਿਹੜੇ ਹੈਗੇ ਸਾਰੇ ਅਰਥ ਇਸ ਤਰ੍ਹਾਂ ਹੀ ਮਿਲਦੇ ਆ ਬਈ ਮਾਲਕ ਨੂੰ ਪਾਵਾਂਗੇ ਤੇ ਉਹਦੀ ਸੇਵਾ ਹੋ ਜਾਂਦੀ ਹੈ। ਤੁਧ ਨੂੰ ਸੇਵੈ ਜੋ ਤੁਧ ਭਾਵੇਂ। ਹੁਣ ਅੱਗੇ ਕੰਡੀਸ਼ਨ ਦਿੱਤੀ ਹੋਈ ਹੈ ਮਾਲਕ ਨੇ, ਮਹਾਰਾਜ ਨੇ, ਤੀਸਰੀ ਪਾਤਸ਼ਾਹੀ ਨੇ
ਗੁਰ ਕੇ ਸ਼ਬਦੇ ਸੱਚ ਸਮਾਵੇਂ। ਆ ਦੇਖੋ, ਆ ਆ ਪਾਉਣ ਦੀ ਤਰੀਕਾ, ਆ ਇਹ ਪਾਉਂਦੇ ਆ ਮਾਲਕ ਪਰਮਾਤਮਾ ਨੂੰ। ਗੁਰ ਕੇ ਸ਼ਬਦੇ, ਜਿਹੜੇ ਗੁਰੂ ਦੇ ਗੁਰੂ ਗਿਆਨ ਜਿਨ੍ਹਾਂ ਕੋਲ ਹੈਗਾ, ਔਰ ਸ਼ਬਦ ਅਭਿਆਸ ਜਿਹੜਾ ਜੋ ਭਗਤੀ ਕਰ ਰਹੇ ਆ ਔਰ ਸੱਚ ਦੇ ਨਾਲ ਜੁੜੇ ਹੋਏ ਆ, ਤੇ ਉਹ ਸੱਚ ਦੇ ਵਿੱਚ ਸਮਾ ਜਾਂਦੇ ਆ। ਆ ਹੈਗਾ ਤੁਧ ਨੂੰ ਸੇਵੈ ਜੋ ਤੁਧ ਭਾਵੈ। ਔਰ ਕਿਸ ਤਰ੍ਹਾਂ ਜਿਹੜੇ ਹੈਗੇ, ਕਿਹੜੇ ਸੇਵਦੇ ਆ? ਤੁਧ ਨੂੰ ਸੇਵੈ ਜੋ ਤੁਧ ਭਾਵੈ, ਜੋ ਤੈਨੂੰ ਜਿਹੜਾ ਹੈਗਾ, ਜਿਨ੍ਹਾਂ ਨੂੰ ਮਾਲਕ ਚੰਗਾ ਲੱਗਦਾ ਆ। ਜੋ ਤੁਧ ਭਾਵੇਂ, ਤੁਧ ਨੂੰ ਜਿਹੜੇ ਭਾਉਂਦੇ ਆ, ਜਿਹੜੇ ਤੈਨੂੰ ਭਾਉਂਦੇ ਆ, ਜਿਨ੍ਹਾਂ ਨੂੰ ਤੂੰ ਪਸੰਦ ਆ, ਜਿਨ੍ਹਾਂ ਨੂੰ ਤੂੰ ਚੰਗਾ ਲੱਗਣ ਲੱਗ ਜਾਣਾ ਹੈ, ਜਿਹੜੇ ਤੈਨੂੰ ਚਾਹੁੰਦੇ ਆ, ਬਾਪ ਨੂੰ ਚਾਹੁੰਦੇ ਆ, ਜਿਹੜੇ ਤੁਧ ਨੂੰ ਸੇਵੈ ਜੋ ਤੁਧ ਭਾਵੈ, ਗੁਰ ਕੇ ਸ਼ਬਦੇ ਸੱਚ ਸਮਾਵੈ। ਔਰ ਜਿਨ੍ਹਾਂ ਦੇ ਅੰਦਰ ਤੈਨੂੰ ਮਿਲਣ ਦੀ ਭਾਵਨਾ ਪੈਦਾ ਹੋਈ ਹੈ। ਹਾਂ, ਬਸ। ਔਰ ਦੇਖੋ, ਪਿਓ ਹੈਗਾ, ਪਿਓ ਦੇ ਤਾਂ ਸਾਰੇ ਦੇ ਸਾਰੇ ਬੱਚੇ ਹੈਗੇ ਭਾਈ। ਇੱਕ ਪਿਓ, ਚਲੋ 5 ਬੱਚੇ ਲਾ ਲਓ, 5 ਬੱਚੇ ਹੈਗੇ। ਹੁਣ 5 ਬੱਚਿਆਂ ਦੇ ਵਿੱਚ ਪਿਓ ਨੂੰ ਥੋੜ੍ਹੀ ਨਾ ਉਹਦੇ ਵਿੱਚ ਜਿਹੜਾ ਹੁੰਦਾ, ਪਿਓ ਨੂੰ ਤਾਂ ਉਹ ਚੰਗਾ ਲੱਗਦਾ ਜਿਹਦਾ ਉਹਦਾ ਹੁਕਮ ਜਿਹੜਾ ਹੈਗਾ, ਉਹਦਾ ਹੁਕਮ ਮੰਨਦਾ ਹੈ, ਉਹਦੇ ਹੁਕਮ ਦੇ ਵਿੱਚ ਰਹਿੰਦਾ ਹੈ। ਜਿਹੜਾ ਬੱਚਾ ਆਗਿਆਕਾਰੀ ਹੁੰਦਾ ਹੈ, ਉਹ ਪਿਓ ਨੂੰ ਚੰਗਾ ਲੱਗਦਾ ਹੈ। ਬਸ ਆਹੀ ਕੰਡੀਸ਼ਨ ਹੈ। ਆਗਿਆਕਾਰੀ ਕੀ ਕੰਡੀਸ਼ਨ ਹੈ? ਮਾਲਕ ਦੀ ਆਗਿਆ ਹੈਗੀ, ਬਈ ਤੂੰ ਮੇਰਾ ਅੰਸ਼ ਹੈਗਾ, ਤੂੰ ਆਪਣੇ ਆਪ ਨੂੰ ਲੱਭ। ਤੂੰ ਤਾਂ ਕਿੱਥੇ ਜਿਹੜਾ ਹੈਗਾ, ਆਪਣੇ ਆਪ ਨੂੰ ਜਿਹੜਾ ਹੈਗਾ ਗਵਾਚਿਆ ਫਿਰ ਰਿਹਾ। ਤੂੰ ਝੂਠ ਦੇ ਨਾਲ ਲੱਗਿਆ, ਸੱਚ ਦੇ ਨਾਲ ਜੁੜ। ਸੱਚ ਤੇਰੀ ਆਤਮਾ ਹੈਗੀ, ਉਹਨੂੰ ਦੇਖ। ਜਿਹਨੂੰ ਇਹ ਲਾਇਕ ਹੋ ਗਿਆ, ਜਿਹੜਾ ਆਹ ਚੀਜ਼ ਚਾਹੁੰਦਾ ਹੈ, ਉਹ ਮਾਲਕ ਨੂੰ ਪਾ ਜਾਏਗਾ। ਫਿਰ ਤੁਧ ਨੂੰ ਸੇਵੈ ਜੋ, ਇਹ ਬਹੁਤ ਇੰਪੋਰਟੈਂਟ ਹੈ ਜੀ। ਇਸ ਜਗ੍ਹਾ ਦੇ ਉੱਤੇ ਨਾ ਬਹੁਤ ਜ਼ਿਆਦਾ ਜਿਹੜਾ ਹੈਗਾ, ਬਹੁਤ ਜ਼ਿਆਦਾ ਜਿਹੜਾ ਹੈਗਾ, ਇਹਨੂੰ ਕਹਿ ਲਓ ਕਿ ਭਰਮ ਫਸ ਜਾਂਦਾ ਹੈ ਇਸ ਜਗ੍ਹਾ ਦੇ ਉੱਤੇ। ਇਹ ਜਿਹੜਾ ਫਿਰ ਨਾ ਆਪਾਂ ਮਾਇਆ ਤੋਂ ਜਿਹੜਾ ਹੈਗਾ, ਵਿਸ਼ੇ ਵਿਕਾਰਾਂ ਤੋਂ ਜਿਹੜੇ ਅਵਗੁਣ ਕਰਨੋਂ ਹਟਦੇ ਨਹੀਂ ਆਪਾਂ। ਬਈ ਮਾਲਕ ਦੀ ਮਰਜ਼ੀ ਹੋਊਗੀ ਤੇ ਫਿਰ ਜਿਹੜਾ ਹੈਗਾ, ਜਦ ਮਾਲਕ ਨੂੰ ਪਾ ਜਾਵਾਂਗੇ ਤੇ ਆਪਾਂ ਫਿਰ ਨਾਮ ਜਪ ਲਾਂਗੇ, ਸਾਨੂੰ ਵੀ ਜਪਾ ਲੂਗਾ ਉਹ ਮਾਲਕ ਪਰਮਾਤਮਾ। ਫਿਰ ਉਹਨੇ ਤਾਂ ਭੇਜਿਆ ਹੀ ਆਪਾਂ ਨੂੰ ਇਸੇ ਕੰਮ ਵਾਸਤੇ ਆ ਭਾਈ। ਦੁਨੀਆ ਦੇ ਵਿੱਚ ਚਾਂਸ ਦਿੱਤਾ ਹੈ ਤਾਂ ਜਾ ਰਿਹਾ ਹੈ। ਬਾਣੀ ਫਿਰ ਕਿਉਂ ਕਹਿ ਰਹੀ ਹੈ ਵੀ ਤੇਰੀ ਉਮਰ ਜਿਹੜੀ ਹੈਗੀ ਹੌਲੀ ਹੌਲੀ ਘਟ ਰਹੀ ਹੈ ਭਾਈ। ਚੇਤਨਾ ਹੈ ਤਾਂ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਹਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਕਿਉਂ ਕਹਿੰਦੀ ਹੈ ਬਾਣੀ ਇਸ ਤਰ੍ਹਾਂ? ਫਿਰ ਜੇ ਮਾਲਕ ਨੇ ਚੇਤਾਉਣਾ ਹੋਇਆ ਤੇ ਬਾਣੀ ਕਿਉਂ ਕਹਿ ਰਹੀ ਹੈ ਇਸ ਤਰੀਕੇ ਦੇ ਨਾਲ ਭਾਈ? ਮਾਲਕ ਨੇ ਤਾਂ ਜਿਹੜਾ ਹੈਗਾ ਆਪਾਂ ਨੂੰ ਭੇਜਿਆ ਦੁਨੀਆ ਦੇ ਵਿੱਚ ਭਾਈ, ਫਰੀडम ਦਿੱਤੀ ਹੈ। ਜੋ ਮਰਜ਼ੀ ਬੀਜ ਲਾ ਪਿਆਰਿਆ, ਆ ਤੇਰੇ ਸਵਾਸ ਆ ਤੇਰਾ ਆ ਤੇਰੀਆਂ ਇੰਦਰੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸਾਰੀਆਂ ਜਿਹੜੀਆਂ ਤੇਰੇ ਅਧੀਨ ਹੈਗੀਆਂ। ਜਿਹੜੇ ਪਾਸੇ ਮਰਜ਼ੀ ਬਿਜਾਈ ਕਰ ਲਾ, ਜੋ ਮਰਜ਼ੀ ਕਰ ਲਾ ਇਹਨਾਂ ਤੋਂ। ਬਸ ਫੇਅਰ ਗੇਮ ਪਾਈ ਹੈ ਜੀ ਉਹਨਾਂ ਨੇ। ਬਿਲਕੁਲ ਫੇਅਰ ਗੇਮ ਪਾਈ ਹੈ, ਬਿਲਕੁਲ ਫੇਅਰ ਗੇਮ ਪਾਈ ਹੈ। ਉਹ ਨਿਰੰਜਨ ਸਿੰਘ ਜੀ ਹੈ ਨਹੀਂ ਕਿ ਸ਼ਾਇਦ ਹੈਗੇ ਜੀ, ਹੈਗੇ। ਹਾਂ, ਦੇਖ ਲਓ ਜੀ। ਮਤਲਬ ਬਾਣੀ ਨੂੰ ਨਾ ਇੱਕ ਦੂਸਰੇ ਨਾਲ ਰਿਲੇਟ ਕਰਿਆ ਕਰੋ ਹਮੇਸ਼ਾ। ਜਿਹੜਾ ਹੈਗਾ, ਬਾਣੀ ਨੇ ਇੱਕ ਜਗ੍ਹਾ ਇੱਕੋ ਹੀ, ਸਾਰੀ ਬਾਣੀ ਨੇ ਦੂਸਰੀ ਗੱਲ ਨਹੀਂ ਕਰੇਗੀ। ਜੋ ਗੱਲ ਕਹਿ ਦਿੱਤੀ ਉਹੀ ਗੱਲ ਬਾਰ-ਬਾਰ ਹੋਏਗੀ। ਬਾਣੀ ਉਸ ਗੱਲ ਤੋਂ ਟਸ ਤੋਂ ਮਸ ਨਹੀਂ। ਜੇ ਗੱਲ ਦੇ 2 ਮੀਨਿੰਗ ਨਿਕਲ ਜਾਣ ਤੇ ਫਿਰ ਗੱਲ ਗਲਤ ਹੋ ਜਾਏਗੀ ਭਾਈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਬਸ ਜਿਹੜਾ ਚਾਹੁੰਦਾ ਹੈ, ਹੁਣ ਪਿਓ ਕੋਲ ਹੈਗਾ, ਪਿਓ ਦੇ ਬੱਚੇ ਕੋਈ ਚਾਹੁੰਦਾ ਹੀ ਨਹੀਂ ਹੈ ਉਸ ਚੀਜ਼ ਨੂੰ। ਬਸ ਉਹ ਪਈ ਹੈ ਪਿਓ ਦੇ ਕੋਲ। ਜਿਹੜਾ ਮੰਗੂਗਾ ਦੇ ਦੂਗਾ, ਲੈ ਵੀ ਫੜ, ਮੈਂ ਤਾਂ ਦੇਣ ਵਾਸਤੇ ਤਾਂ ਰੱਖੀ ਸੀਗੀ। ਕੀਮਤੀ ਚੀਜ਼ ਕੋਈ ਲੈਂਦਾ ਨਹੀਂ ਹੈ। ਔਰ ਜਿਹੜਾ ਹੈਗਾ, ਜਿਹੜੀ ਚੀਜ਼ ਜਿਹੜੀ ਹੈਗੀ ਆ, ਉਹ ਜਿਹਦੀ ਵੈਲਿਊ ਨਹੀਂ ਹੈਗੀ, ਬਿਲਕੁਲ ਜ਼ੀਰੋ, ਉਹਦੇ ਨਾਲ ਸਾਰੇ ਜਿਹੜੇ, ਕਿਉਂਕਿ ਉਹਦੇ 'ਚ ਸ਼ੋਅ ਹੈਗਾ, ਉਹਦੇ ਸਵਾਦ ਹੈਗੇ, ਉਹਦੇ ਚਮਕ ਬਹੁਤ ਜ਼ਿਆਦਾ ਹੈਗਾ। ਚਿਲ ਮਿਲ ਵਿਸਿਆਰ ਦੁਨੀਆ ਫਾਨੀ, ਇੰਨੀ ਫਾਨੀ ਹੈ ਕਹਿੰਦੇ, ਕੋਈ ਹੈ ਨਹੀਂ, ਪਾਇਆ ਹੀ ਨਹੀਂ ਹੈਗੀ। ਇਹ ਤਾਂ ਮਤਲਬ ਜਿਹੜਾ ਹੈਗਾ ਬੁਲਬੁਲੇ ਟਾਈਪ ਤਾਂ ਹੈ ਹੀ ਕੋਈ ਵੀ ਚੀਜ਼। ਤੁਧ ਨੂੰ ਸੇਵੇਂ ਜੋ ਤੁਧ ਭਾਵੇਂ, ਗੁਰ ਕੇ ਸ਼ਬਦੇ ਸੱਚ ਸਮਾਵੇਂ। ਅਨਦਿਨ ਗੁਣ ਗਾਵੇਂ, ਅਨਦਿਨ ਗੁਣ ਰਵੈ ਦਿਨ ਰਾਤੀ। ਆ ਜਿਹੜਾ ਨਾ ਰਵੇਂ ਵਰਡ ਬਾਰ-ਬਾਰ ਆਉਂਦਾ, ਰਵਣਾ ਜਿਹੜਾ ਹੈਗਾ ਉਹਦੇ ਵਿੱਚ ਮਸਤ ਹੋ ਜਾਣਾ ਹੈ।
ਉਹ ਚੀਜ਼ ਆਪਣੇ ਅੰਦਰ ਧਾਰਨ ਕਰ ਲੈਣੀ ਹੈ। ਇਹ ਗੁਣ ਰਵੇਂ ਦਾ ਮਤਲਬ ਆ ਬਈ ਜਿਸ ਤਰ੍ਹਾਂ ਸੱਤ ਹੈ, ਸੰਤੋਖ ਹੈ, ਦਇਆ, ਧਰਮ, ਧੀਰਜ, ਆਹ ਮੋਟੇ ਗੁਣ ਹੈਗੇ। ਇਹ ਗੁਣਾਂ ਨੂੰ ਜਿਹੜਾ ਇਹ ਗੁਣਾਂ ਦੇ ਵਿੱਚ ਰਵੂਗਾ, ਅਨਦਿਨ ਗੁਣ ਰਵੇਂ ਦਿਨ ਰਾਤੀ, ਦਿਨ ਰਾਤ ਇਹਨਾਂ ਗੁਣਾਂ ਦਾ ਧਾਰਨੀ ਬਣਨਾ ਪਊਗਾ ਆਪਾਂ ਨੂੰ, ਤਾਂ ਗੱਲ ਬਣਨੀ ਹੈ। ਅਨਦਿਨ ਗੁਣ ਰਵੇਂ, ਜਦ ਤੱਕ ਗੁਣ ਨਹੀਂ ਆਉਣਗੇ ਤੇ ਫਿਰ ਤਦ ਤੱਕ ਤਾਂ ਜਿਹੜਾ ਹੈਗਾ ਉਹ ਨਾਮ ਪਦਾਰਥ ਤਾਂ ਬਹੁਤ ਦੂਰ ਦੀ ਗੱਲ ਹੋ ਜਾਏਗੀ। ਫਿਰ ਅਨਦਿਨ ਗੁਣ ਰਵੇਂ ਦਿਨ ਰਾਤੀ, ਰਸਨਾ ਹਰ ਰਸ ਪਾਇਆ, ਹਾਲੇ ਪਾਇਆ ਆ ਅੰਮ੍ਰਿਤ ਰਸ, ਨਾਮ ਪਦਾਰਥ ਪਾ ਗਿਆ। ਬਈ ਮੈਨੂੰ ਤਾਂ ਉਹ ਨਾਮ ਪਦਾਰਥ, ਉਹ ਅੰਮ੍ਰਿਤ ਦਾ ਬੂੰਦ ਦਾ ਸਵਾਦ ਚਾਹੀਦਾ ਆ। ਤੀਸਰਾ ਬੰਦ ਆ ਗਿਆ, ਸ਼ਬਦੇ ਮਰੇ ਸੇ ਮਰਨ ਸਵਾਰੇ। ਮਰਨਾ ਤਾਂ ਸਾਰਿਆਂ ਨੇ ਆ, ਵਿਗਾੜ ਕੇ ਮਰ ਜਾਂਦੇ ਆ ਆਪਾਂ। ਮਨੁੱਖਾ ਜੂਨ ਪਾਈ ਸੀਗੀ, ਉਹ ਵੀ ਜਿਹੜੀ ਜਿਵੇਂ ਜਾਨਵਰ ਜਿਹੜੇ ਹੈਗੇ, ਜਿਵੇਂ ਹੋਰ ਹੈਗੇ ਜੂਨਾਂ, ਉਸ ਤਰ੍ਹਾਂ ਆਪਾਂ ਗਵਾ ਦਿੰਦੇ ਆ। ਕੁਛ ਕੀਤਾ ਹੈ ਹੀ ਨਹੀਂ, ਬਸ ਖਾਧਾ ਪੀਤਾ ਤੇ ਭੋਗ ਵਿਲਾਸ ਕੀਤੇ, ਖਤਮ ਹੋ ਗਈ ਕਹਾਣੀ। ਉਹ ਆਉਂਦਾ ਹੈ ਨਾ, ਉਹ ਖਾਣਾ ਪੀਣਾ, ਹੱਸਣਾ ਸੌਣਾ, ਉਹ ਵਿਸਰ ਗਿਆ ਹੈ ਮਰਨਾ। ਹਾਂਜੀ ਕੀ ਛੋੜ ਕਹਿੰਦੇ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਹਾਂ, ਖਸਮ ਛੋੜ ਕੇ ਨਹੀਂ, ਚਲੋ ਆਪਾਂ ਨਹੀਂ ਯਾਦ ਆ ਰਿਹਾ। ਪੀਣਾ ਵਿਸਰ ਗਿਆ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਖਸਮ ਵਿਸਾਰ ਖੁਆਰੀ ਕੀਨੀ, ਤਾਂ ਖੁਆਰੀ ਹੈ ਭਾਈ ਮਾਲਕ ਨੂੰ। ਮਾਲਕ ਹੈ ਹੀ ਨਹੀਂ, ਭਗਤੀ ਹੈ ਹੀ ਨਹੀਂ, ਦੱਸੋ ਕੀ ਫਾਇਦਾ ਹੈਗਾ। ਸ਼ਬਦੇ ਮਰੇ ਸੇ ਮਰਨ ਸਵਾਰੇ, ਉਹਨਾਂ ਦਾ ਮਰਨ ਸਵਾਰ ਲੈਂਦੇ, ਆਪਣਾ ਮਨੁੱਖੀ ਜੀਵਨ ਸਵਾਰ ਲੈਂਦੇ ਆ ਭਾਈ। ਮਿਲੀ ਸੀਗੀ, ਆਉ ਗਏ ਕੱਟ ਕੇ, ਬਸ ਗੇਮ ਚੋਂ ਬਾਹਰ। ਹੁਣ ਹਮੇਸ਼ਾ ਵਾਸਤੇ ਜਿਹੜੇ ਹੈਗੇ ਖੁਸ਼ਹਾਲ ਹੈਗੇ, ਹਮੇਸ਼ਾ ਵਾਸਤੇ ਮਾਲਕ ਪਰਮਾਤਮਾ ਦੇ ਨਾਲ ਹੈਗੇ। ਸ਼ਬਦੇ ਮਰੇ ਸੇ ਮਰਨ ਸਵਾਰੇ, ਜੇ ਆਪਾਂ ਨੂੰ ਕੋਈ ਫਾਇਦਾ ਹੀ ਨਹੀਂ ਹੋਣਾ ਤੇ ਫਿਰ ਆਪਾਂ ਨੂੰ ਭਗਤੀ ਕਰਨ ਦਾ ਕੀ ਮਤਲਬ ਹੈ ਜੀ। ਸ਼ਬਦੇ ਮਰੇ ਸੇ ਮਰਨ ਸਵਾਰੇ, ਹਰ ਕੇ ਗੁਣ ਹਿਰਦੇ ਔਰ ਧਾਰੇ। ਆ ਦੇਖੋ ਫਿਰ ਆ ਗਿਆ ਗੁਣ, ਉਹ ਉੱਤੇ ਵੀ ਲਿਖਿਆ ਸੀਗਾ, ਦੇਖੋ ਅਨਦਿਨ ਗੁਣ ਰਵੇ ਦਿਨ ਰਾਤੀ। ਇੱਥੇ ਕੀ ਕਹਿ ਰਹੇ, ਹਰ ਕੇ ਗੁਣ ਹਿਰਦੇ ਔਰ ਧਾਰੇ। ਹਿਰਦੇ ਦੇ ਅੰਦਰ, ਉਰ ਦੇ ਅੰਦਰ ਧਾਰ ਲੈ ਤੇ ਉਹ ਗੁਣ ਆਪਣੇ ਅੰਦਰ ਆਟੋਮੈਟਿਕਲੀ ਇੰਪਲੀਮੈਂਟ ਹੋ ਜਾਣਗੇ। ਜਨਮ ਸਫਲ ਹਰ ਚਰਣੀ ਲਾਗੇ, ਉਹਨਾਂ ਦਾ ਜਨਮ ਸਫਲ ਹੈ ਜਿਹੜੇ ਧਿਆਨ ਸਿਮਰਨ ਦੇ ਵਿੱਚ, ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਸੱਚ ਦੇ ਵਿੱਚ, ਉਹਦੀ ਯਾਦ ਦੇ ਵਿੱਚ ਲੱਗ ਗਏ ਤੇ ਦੂਜਾ ਭਾਵ ਚੁਕਾਇਆ। ਆਟੋਮੈਟਿਕਲੀ ਜਿਹੜਾ ਦੂਜਾ ਭਾਵ ਆਊਗਾ ਕਿੱਥੇ, ਮਨ ਤਾਂ ਐਂਗੇਜ ਹੋ ਗਿਆ, ਸੁਰਤ ਐਂਗੇਜ ਹੋ ਗਈ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਤੇ ਦੂਜਾ ਭਾਵ ਕਿਹੜੇ ਪਾਸਿਓਂ ਆਊਗਾ ਭਾਈ। ਦੂਜਾ ਭਾਵ ਚੁਕਾਇਆ। ਹਰ ਜਿਉ ਮੇਲੇ ਜਨਮ ਸਵਾਰ ਦਰਗਾ ਚੱਲਿਆ। ਹਰ ਜਿਉ ਮੇਲੇ ਆਪ ਮਿਲਾਏ, ਹਰ ਜਿਉ ਮੇਲੇ ਆਪ ਮਿਲਾਏ, ਗੁਰ ਕੇ ਸ਼ਬਦੇ ਆਪ ਗਵਾਏ। ਹਰ ਜਿਉ ਮੇਲੇ ਆਪ ਮਿਲਾਏ, ਪਰਮਾਤਮਾ ਨੇ ਮਿਲਾਉਣਾ ਆ, ਆਪ ਉਹਨੇ ਮਿਲਾਉਣਾ ਹੈ। ਪਰਮਾਤਮਾ ਨੇ ਮਿਲਾਉਣਾ ਹੈ ਜਿਹੜਾ ਆਪਣੇ ਆਪ ਨੂੰ ਮਿਲਣਾ ਚਾਹੁੰਦਾ, ਜਿਹੜਾ ਆਪਣੀ ਆਤਮਾ ਵੱਲ ਨੂੰ ਜਾਣਾ ਚਾਹੁੰਦਾ ਹੈ, ਜਿਹੜਾ ਆਪਣੇ ਆਪ ਨੂੰ ਆਤਮਾ ਦੇ ਵੱਲ ਨੂੰ ਮਿਲਾਉਂਦਾ ਹੈ। ਹਰ ਜਿਉ ਮੇਲੇ ਆਪ ਮਿਲਾਏ, ਗੁਰ ਕੇ ਸ਼ਬਦੇ ਆਪ ਗਵਾਏ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਧਿਆਨ ਸਿਮਰਨ ਦੇ ਦੁਆਰਾ, ਧਿਆਨ ਸਿਮਰਨ ਨਾਲ ਕੀ ਹੋ ਰਿਹਾ, ਆਪਾਂ ਆਪਣੀ ਆਤਮਾ ਵੱਲ ਨੂੰ ਜਾ ਰਹੇ ਹਾਂ, ਆਤਮਾ ਵੱਲ ਨੂੰ ਨੇੜੇ ਹੋਈ ਜਾ ਰਹੇ, ਆਪਣੇ ਆਪ ਨੂੰ, ਆਪਣੀ ਸੁਰਤ ਨੂੰ ਆਤਮਾ ਵੱਲ ਨੂੰ ਮਿਲਾ ਰਹੇ ਹਾਂ। ਗੁਰ ਕੇ ਸ਼ਬਦੇ ਆਪ ਗਵਾਏ, ਗੁਰੂ ਦੇ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਆਪਾ ਪਾਓ ਇਸ ਤਰ੍ਹਾਂ ਗਵਾਚ ਜਾਂਦਾ ਹੈ। ਹੌਲੀ ਜਿਹੜਾ ਹੈਗਾ ਆਟੋਮੈਟਿਕਲੀ ਆਪਣੇ ਅੰਦਰ ਜਿਹੜੀ ਹੈਗੀ ਆ ਜਨਮਾਂ ਤੋਂ ਜਿਹੜਾ ਆਪਾ ਭਾਵ ਹੈਗਾ, ਆਪਣੀ ਹੰਕਾਰ, ਆਪਣੀ ਹਉਮੈ, ਹੌਲੀ ਆਪਾਂ ਨੂੰ ਪਤਾ ਲੱਗੀ ਜਾਣਾ ਹੈ ਆਪਣੀ ਗਲਤੀ, ਔਰ ਫਿਰ ਜਿਹੜਾ ਹੈਗਾ ਹੌਲੀ ਇਹ ਚੀਜ਼ ਜਾਏਗੀ, ਇਮੀਡੀਏਟਲੀ ਨਹੀਂ ਜਾਏਗੀ।
अनदिन सदा हर भगति राते इस जग में लाहा पाया। और अनदिन ਦਾ ਕੰਮ ਹੈ, ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਭਾਈ। ਸਾਰੀ ਉਮਰ ਦੇ ਵਿੱਚ ਜਿਹੜਾ ਹੈ ਨਾ, ਜੇ ਕਿਤੇ ਆ ਅਚੀਵਮੈਂਟ ਮਿਲ ਜਾਏ ਤੇ ਬਹੁਤ ਸਸਤਾ ਹੈ, ਬਹੁਤ ਸਸਤਾ ਹੈ ਭਾਈ, ਬਹੁਤ ਸਸਤਾ ਹੈ ਭਾਈ। ਅਨਦਿਨ ਸਦਾ ਹਰ ਭਗਤੀ ਰਾਤੇ ਇਸ ਜਗ में ਲਾਹਾ ਪਾਇਆ। ਆਇਆ ਜਗ ਦੇ ਵਿੱਚ ਆ ਕੇ ਔਰ ਲਾਭ ਪ੍ਰਾਪਤ ਕਰ ਲਿਆ। तेरे गुण कहाँ मैं कहन न जाई। मालक ते तो बेअंत गुण है भाई, बेअंता बेअंत गुण तेरे, हों के तक गावा राम। आपे दया करे सुखदाता, गुण में गुणी समाया। बस वो मालक परमात्मा मेहर करदा है, आपे दया। मालक तो दयालु है, वो तो सुखां दा दाता है भाई। ਜਿਹੜਾ भी ਉਹਦੀ ਭਗਤੀ ਕਰਨ ਲੱਗਦਾ ਉਹ ਤਾਂ ਸਾਰਾ ਕੁਝ ਦੇਣ ਨੂੰ ਤਿਆਰ ਹੋ ਜਾਂਦਾ ਹੈ ਭਾਈ। ਇਸ ਤਰ੍ਹਾਂ ਗੁਣ ਆਈ ਜਾਂਦੇ ਆ ਔਰ ਇਨਸਾਨ ਜਿਹੜਾ ਹੈਗਾ, ਭਗਤੀ ਕਰਨ ਵਾਲਾ ਜਿਹੜਾ ਹੈਗਾ, ਅਭਿਆਸੀ ਜਿਹੜਾ ਹੈਗਾ, ਉਹ ਗੁਣੀ ਬਣ ਜਾਂਦਾ ਹੈ, ਗੁਣਾਂ ਵਾਲਾ ਬਣ ਜਾਂਦਾ ਹੈ ਔਰ ਫਿਰ ਉਹਦੀ ਸਮਾਈ ਹੋ ਜਾਂਦੀ ਹੈ ਉਸ ਮਾਲਕ ਪਰਮਾਤਮਾ ਦੇ ਵਿੱਚ, ਆਤਮਾ ਦੇ ਵਿੱਚ। ਇਸ ਜਗ ਮੈਂ ਮੋਹ ਹੈ ਪਾਸਾਰਾ। ਕਹਿੰਦੇ ਸੰਸਾਰ ਦੇ ਵਿੱਚ ਮਾਲਕ ਨੇ ਚੋਗਾ ਖਿਲਾਰਿਆ ਪਿਆ ਆ, ਉਹਦੇ ਨਾਲ ਖਿੱਚ ਤੇਰੀ ਬਹੁਤ ਤਗੜੀ ਖਿੱਚ ਆ ਉਸ ਚੋਗੇ ਦੀ। ਉਹ ਪੂਰਾ ਪਸਾਰਾ, ਚਾਰ ਛਪੇਰੇ ਜਿੱਧਰ ਦੇਖੇਗਾ ਉਧਰ ਚੋਗਾ ਹੀ ਚੋਗਾ ਪਿਆ ਹੋਇਆ। ਇਸ ਜਗ ਮੈਂ ਮੋਹ ਹੈ ਪਸਾਰਾ। ਮਨਮੁਖ ਅਗਿਆਨੀ, ਅੰਧ ਅੰਧਾਰਾ। ਔਰ ਮਨਮੁਖ ਜਿਹੜਾ ਹੈਗਾ, ਗਿਆਨ ਨਹੀਂ ਹੈਗਾ ਉਹਨੂੰ, ਤੇ ਮਨ ਦੇ ਪਿੱਛੇ ਹੈ। ਮਨ ਨੇ ਤਾਂ ਜਿਹੜਾ ਹੈਗਾ ਬਸ ਮਨ ਨੇ ਤਾਂ ਕਹਿਣਾ ਲਿਆ, ਮੈਨੂੰ ਸਵਾਦ ਲਿਆ, ਚੋਗਾ ਲਿਆ ਸਾਰਾ। ਮਨ ਨੇ ਤਾਂ 24 ਘੰਟੇ ਰੱਜਣਾ ਹੀ ਨਹੀਂ ਹੈਗਾ ਭਾਈ। ਮਨਮੁਖ ਅਗਿਆਨੀ, ਅੰਧ ਅੰਧਾਰਾ। ਕਹਿੰਦੇ ਨੇਰੇ ਦੇ ਵਿੱਚ ਹੈ, ਨੇਰੇ ਦੇ ਉਹਨੂੰ ਪਤਾ ਹੀ ਨਹੀਂ ਹੈ ਵੀ ਇਹ ਜਿਹੜਾ ਹੈਗਾ ਜ਼ਹਿਰ ਹੈਗੀ ਜਿਹੜੀ ਮੈਂ ਖਾ ਰਿਹਾ, ਜਿਹੜਾ ਮੈਂ ਮਿੱਠਾ ਸਮਝ ਰਿਹਾ ਇਹਨੂੰ, ਇਹ ਜਿਹੜੀ ਸਵਾਦਲੀ ਚੀਜ਼ ਹੈ ਇਹ ਮੇਰੇ ਲਈ ਜ਼ਹਿਰ ਦਾ ਕੰਮ ਕਰ ਰਹੀ ਹੈ, ਮੈਨੂੰ ਆਤਮਿਕ ਮੌਤ ਮਾਰ ਰਹੀ ਹੈ। ਮੈਨੂੰ ਮਾਲਕ ਤੋਂ ਜਿਹੜਾ ਹੈਗਾ, ਇਹੀ ਚੀਜ਼ ਮਾਲਕ ਤੋਂ ਪਾਸੇ ਲੈ ਕੇ ਜਾ ਰਹੀ, ਇਹੀ ਅਪੋਜ਼ਿਟ ਡਾਇਰੈਕਸ਼ਨ ਹੈਗੀ। ਇਸ ਜਗ में मोह है पासारा, मनमुख अज्ञानी, अंध अंधारा। और ये देख लो मोह की है, मोह अपना बिजनेस, परिवार, कारोबार, सारा जो भी टब्बर, सारा कुछ ਜਿਹੜਾ ਹੈਗਾ, ਇਹ ਸਾਰਾ ਦਾ ਸਾਰਾ ਮੋਹ ਹੈਗਾ ਭਾਈ। ਮੋਹ ਦਾ ਪਸਾਰਾ ਪਸਾਰਿਆ ਹੋਇਆ। ਇਹਦੇ ਨਾਲ ਇਹਨੂੰ ਛੱਡਣਾ ਨਹੀਂ ਹੈ, ਇਹਦੇ ਨਾਲ ਹੀ ਰਹਿਣਾ ਹੈ ਔਰ ਫਰਜ਼ ਪੂਰਾ ਕਰਨਾ ਹੈ, ਪੂਰਾ ਦਾ ਪੂਰਾ ਸਾਰਾ ਫਰਜ਼ ਪੂਰਾ ਕਰਨਾ। ਇੱਕ ਕੰਮ ਕਰਨਾ ਹੈ ਅਗਲੇ ਦਾ। ਜੇ ਕੋਈ ਬਿਮਾਰ ਹੈ ਜਾਂ ਕੋਈ ਜਿਹੜਾ ਹੈ, ਕੋਈ ਕਿਸੇ ਨੂੰ ਕੋਈ ਗਰੀਬ ਹੈਗਾ ਜਾਂ ਕਿਸ ਤਰ੍ਹਾਂ ਹੈਗਾ, ਉਹਦੀ ਮਦਦ ਹਰੇਕ ਦੀ ਚਾਰ ਛਪੇਰੇ ਆਪਾਂ ਨੇ ਕਰਨੀ। इस जग में मोह है पसारा, मनमुख अज्ञानी, अंध अंधारा। तंदे तावत जन्म गवाया। बस आ देखो तंदियां दे विच जिहड़ा हैगा दौड़दे काम करदे आ कर लो जी, ਉਹ कर लो जी, ਇੱਥੇ कर लो जी। फाइनली जिहड़ा हैगा वो बंदा उठदा ही नहीं है, बस सो गया। तंदे तावत जन्म गवाया। आखिरी ਦੇ ਵਿੱਚ ਜਿਹੜਾ ਐਂਡ ਆਹੀ ਆ ਜਾਂਦਾ, ਐਂਡ ਆ ਜਾਂਦਾ ਜਨਮ ਦਾ। ਫਿਰ ਰਿਜ਼ਲਟ ਕੀ ਹੈਗਾ? ਬਿਨ ਨਾਮੇ ਦੁੱਖ ਪਾਇਆ। ਕਹਿੰਦੇ ਨਾਮ ਤੋਂ ਬਗੈਰ ਜਿਹੜਾ ਹੈਗਾ ਧੰਦਿਆਂ ਦੇ ਵਿੱਚ ਵੀ, ਇਹਦੇ ਵਿੱਚ ਵੀ ਚਿੰਤਾ, ਸੋਚ, ਫਿਕਰ ਹੋ, ਇਹ ਗੁੱਸਾ ਗਿਲਾ ਸਾਰਾ ਜਿਹੜਾ ਧੰਦਿਆਂ ਦੇ ਵਿੱਚ ਵੀ ਹੋ ਜਾਂਦਾ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਮਰਨ ਦੇ ਬਾਅਦ ਫਿਰ ਜੂਨਾਂ ਮਿਲ ਜਾਂਦੀਆਂ, ਫਿਰ ਜਿਹੜਾ ਹੈ ਫਿਰ ਫਸ ਗਿਆ ਉੱਧਰ, ਫਿਰ ਟਿੰਡਾਂ ਚੱਲ ਪਈਆਂ ਥੱਲੇ ਜਾਣ। ਇੱਕ ਤੋਂ ਇੱਕ ਮਾਸ ਫਿਰ ਚੱਲ 84 ਲੱਖ ਜੂਨਾਂ ਦਾ ਸੇ ਫਿਰ ਸਿਲਸਿਲਾ ਸ਼ੁਰੂ ਹੋ ਗਿਆ। ਸਤਵਾਂ ਬੰਦ ਆ ਗਿਆ। ਜਦੋਂ ਕਰਮ ਹੋਵੇ ਤਾਂ ਸਤਿਗੁਰ ਪਾਏ। ਗੱਲ ਹਮੇਸ਼ਾ ਆ ਕੇ ਇੱਥੇ ਹੀ ਨਿਬੜਨੀ ਹੈ ਭਾਈ। ਗਿਆਨ ਗਿਆਨ ਗਿਆਨ, ਬ੍ਰਹਮ ਗਿਆਨ, ਸੱਚ ਔਰ ਝੂਠ ਦਾ ਫਰਕ, ਵਿਵੇਕ ਬੁੱਧੀ। ਸਤਿਗੁਰੂ ਨੇ ਕੀ ਦੇ ਦੇਣੀ ਆ? ਬਾਣੀ ਨੇ ਕੀ ਦੇਣਾ ਹੈ? ਬਾਣੀ ਨੇ ਆਪਣੀ ਬੁੱਧੀ ਵਿਵੇਕ ਕਰ ਦੇਣੀ, ਵਿਵੇਕ ਦੇ ਦੇਣਾ ਹੈ ਭਾਈ। ਬਈ ਸੱਚ ਆ ਹੈਗਾ ਪਿਆਰਿਆ, ਝੂਠ ਆ ਹੈਗਾ। ਬਾਣੀ ਨੇ ਲਾਈਟ ਮਾਰ ਦੇਣੀ ਹੈ ਸੱਚ ਔਰ ਝੂਠ ਤੇ ਚੋਗੇ ਦੇ ਉੱਤੇ, ਜੋ ਜਿਹਨੂੰ ਆਪਾਂ ਸਮਝ ਰਹੇ ਸਾਰਾ ਇਹ ਧੰਦੇ ਜਿਹੜੇ ਹੈਗੇ, ਜੋ ਕੁਛ ਹੈਗਾ। ਆ ਬਾਣੀ ਹੁਣ ਕੀ ਕਰ ਰਹੀ ਹੈ? ਆਪਾਂ ਬਾਣੀ ਲੈ ਰਹੇ ਹਾਂ ਤੇ ਆਹੀ ਕੁਛ ਤਾਂ ਦੇ ਰਹੀ ਹੈ ਬਾਣੀ ਆਪਾਂ ਨੂੰ।
ਆ ਕਰਮ ਹੋਵੇ ਤਾਂ ਸਤਿਗੁਰ ਪਾਏ। ਆ ਮਾਲਕ ਦੀ ਕਰਮ ਤਾਂ ਹੋ ਗਿਆ, ਸਤਿਗੁਰੂ ਪਾ ਲਿਆ। ਆ ਹੁਣ ਦੇਖ ਲਓ ਸਤਿਗੁਰੂ ਕੀ ਕਹਿ ਰਹੇ ਆ ਭਾਈ। ਹੁਣ ਇਹ ਗੱਲ ਨੂੰ ਆਪਾਂ ਮੰਨੀਏ ਤੇ ਅੱਗੇ ਨੈਕਸਟ ਅੱਗੇ ਜਿਹੜਾ ਹੈਗਾ ਪ੍ਰੋਗਰੈਸ ਆ ਜਾਏਗੀ। ਕਰਮ ਹੋਵੇ ਤਾਂ ਸਤਿਗੁਰ ਪਾਏ, ਹਉਮੈ ਮੈਲ ਸ਼ਬਦੇ ਜਲਾਏ। ਔਰ ਇਹ ਸ਼ਬਦ ਅਭਿਆਸ ਧਿਆਨ ਸਿਮਰਨ ਸ਼ੁਰੂ ਕਰ ਦੋ ਔਰ ਹਉਮੈ ਦੀ ਮੈਲ ਜਿਹੜੀ ਹੈ, ਮਨ ਦੀ ਮੈਲ ਜਿਹੜੀ ਹੈਗੀ ਉਤਰਨੀ ਸ਼ੁਰੂ ਹੋ ਜਾਏਗੀ। मन निर्मल हो जाएगा। मन निर्मल, ज्ञान रतन चानन, अंदर अपना ज्ञान पैदा हो जाएगा। हुण गुरु के ज्ञान के द्वारा, सतगुरु के ज्ञान के द्वारा आपां नूं लाइट मिल रही है और सच ऊट की सारी जीवन की जिहड़ी हैगी बुद्धि आ रही, विवेक बुद्धि मिल रही है। इस तो बाद जिहड़ी अपनी बुद्धि बन जानी है। जब प्रैक्टिकल करांगे तो ज्ञान रतन चानन, अपने अंदर रतन पैदा हो जाएगा। मन निर्मल, ज्ञान रतन चानन, अज्ञान अंधेर गवाया, अज्ञानता अंधेरा गवा जाएगा। बंदा जो कुछ बंदा वो ही करेगा जो सच हैगा, जो सही हैगा। तेरे नाम अनेक, कीमत नहीं पाई। देख लो भाई, कोई पैसे वाला बंदा होए ना, आपां उहदे मगर जिहड़ा हैगा उहदे तो लाभ लैण वास्ते जिहड़ा हैगा उहदी हर गल मनदे हैं। उहदा इक्को ही नाम हैगा और परमेश्वर जिहड़ा हैगा उहदे नाम ही अनगिणत नाम है। कहंदे अनेक नाम है, एडा वड्डा है मालक परमात्मा, फिर भी जिहड़ा हैगा कोई भी इंसान जिहड़ा हैगा भगती करना चाहुंदा ही नहीं हैगा, मालक वाल नूं जाना चाहुंदा ही नहीं हैगा, उहदे बारे जानना चाहुंदा ही नहीं हैगा। कहंदे माया ऐसी परबल है भाई, तेरे नाम अनेक, कीमत पाउण ही नहीं दिंदी हो। तेरे नाम अनेक, कीमत नहीं पाई, सच नाम हर हृदय वसाई। बस जिन्हें कीमत पा ली है उन्हें की किया। देखो उत्ते अनेक नाम आ, इत्थे सच नाम। हुण सच नाम की हैगा इत्थे जिहड़ा हैगा, फिर कहना जी साडा वाहिगुरू सच नाम है। सिखा ने कह देना, उन्होंने कहा अल्लाह होया, उन्हें कहना हरिओम हैगा सच नाम। कीर्तन नाम कथे तेरी जेवा, सच नाम तेरा परा पूरबला। हुण ये सच नाम की हैगा भाई? सच नाम जिहड़ा हैगा भाई, हृदय नाम वसायो, कर बैठे गुरु त्यायो। और सच नाम है नाम पदार्थ। बस नाम पदार्थ वाल नूं जिन्हें भी सुआस लाने शुरू कर दिते, जिन्हें भी नाम धन इकट्ठा करना शुरू करता, वो है सच नाम। उहदे नाल नाम पदार्थ मिलना है, उस नूं हिरदे च वसा लिया। बस सच नाम हिरदे वसाई, सच नाम हर हिरदे वसाई। इस तरह मालक परमात्मा हिरदे च वस गया ते नाम धन बन गया। कीमत कौन करे प्रभ तेरी, तू आपे सहजे मिलाए समाएंदा। कहते मालका तेरी कीमत कौन कर सकता है? तू मेहर करदा है, जिहड़ा भी ध्यान सिमरन दे विच जाना चाहुंदा है, तू उहनूं आपां तां मालक कहंदा तू चल तां सही प्यारिया, मैं तैनूं आपे तोरूंगा। तू एक बारी चलण दे वास्ते इंटरस्टेड तां हो जा। कीमत कौन करे प्रभ तेरी, तू आपे सहजे समाए, तू आपे सहजे समाया। तू आप ही जिहड़ा हैगा उहनूं सहज दे विच जिहड़ा हैगा लै जाना है भाई। नाम अमोलक, अगम अपारा। देखो किन्ना कह रहे, कहते ਉਹਦਾ ਮੁੱਲ ही नहीं हैगा उस नाम ਦਾ। ਉਹ ਅਗਮ ਅਪਾਰ ਮਾਲਕ ਪਰਮਾਤਮਾ ਜਿਵੇਂ ਅਗਮ ਅਪਾਰ ਆ, ਉਵੇਂ ਦਾ ਨਾਮ ਵੀ ਹੈਗਾ ਪਾਏ। ਨਾਮ ਵੀ ਅਗਮ ਅਪਾਰ ਆ ਪਾਏ। ਨਾਮ ਦੀ ਤਾਂ ਇੱਕ ਬੂੰਦ ਜਿਹੜੀ ਹੈਗੀ ਉਹ ਇਨਸਾਨ ਨੂੰ ਜੂਨਾਂ ਚੋਂ ਜਨਮਾਂ ਚ ਕਾਦਾ ਭਟਕ ਰਿਹਾ ਆ, ਇੱਕ ਬੂੰਦ ਜਿਹੜੀ ਹੈਗੀ ਲੈ ਜਾਂਦੀ ਹੈ ਪਾਰ। ਨਾਮ ਅਮੋਲਕ ਅਗਮ ਅਪਾਰਾ, ਨਾ ਕੋ ਹੋਆ ਤੋਲਣਹਾਰਾ। ਉਹਨੂੰ ਕੋਈ ਤੋਲ ਹੀ ਨਹੀਂ ਸਕਦਾ ਪਾਏ, ਕੋਈ ਤੋਲ ਹੀ ਨਹੀਂ ਸਕਦਾ। ਤੋਲਣਾ ਕੀ ਹੈ ਵੀ ਉਹਦੀ ਵੈਲਿਊ ਹੀ ਨਹੀਂ ਪਾਉਂਦੇ ਆਪਾਂ, ਕੋਈ ਵੈਲਿਊ ਪਾਉਂਦਾ ਹੀ ਨਹੀਂ ਉਹਨੂੰ ਤਾਂ ਸਮਝਦੇ ਹੀ ਨਹੀਂ ਆਪਾਂ ਕੁਛ ਵੀ। ਕੋਈ ਤੋਲਣ ਵਾਲਾ ਹੈ ਹੀ ਨਹੀਂ ਕਹਿੰਦੇ।
ਆਪੇ ਤੋਲੇ ਤੋਲ ਤੋਲਾਏ ਗੁਰ ਸ਼ਬਦੀ ਮੇਲ ਤੋਲਾਇਆ। ਆ ਦੇਖੋ, ਆਪੇ ਤੋਲੇ ਤੋਲ ਤੋਲਾਏ, ਉਹ ਮਾਲਕ ਪਰਮਾਤਮਾ ਮਿਹਰ ਕਰ ਦਿੰਦਾ ਹੈ। ਜਿਹੜੇ ਗੁਰੂ ਦੇ ਸ਼ਬਦ ਦੇ ਦੁਆਰਾ ਜਿਹੜੇ ਬੰਦਗੀ ਕਰਨ, ਜਿਹੜੇ ਸੱਚ ਦੇ ਨਾਲ ਜੁੜ ਜਾਂਦੇ, ਧਿਆਨ ਸਿਮਰਨ ਕਰਦੇ ਆ, ਉਹਨਾਂ ਨੂੰ ਫਿਰ ਮਾਲਕ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ। ਔਰ ਇਹ ਤੋਲ, ਇਹਦੀ ਵੈਲਿਊ ਉਹ ਇਹਦੀ ਵੈਲਿਊ ਪਾਉਂਦੇ ਆ ਭਾਈ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਇਹਦੀ ਵੈਲਿਊ ਪਤਾ ਲੱਗਦੀ ਹੈ। ਗੁਰ ਸ਼ਬਦੀ ਮੇਲ ਤੋਲਾਇਆ, ਜਿਹੜੇ ਮਿਲ ਜਾਂਦੇ ਆ ਗੁਰੂ ਦੇ ਸ਼ਬਦ ਦੇ ਦੁਆਰਾ, ਉਸ ਆਤਮਾ ਦੇ ਵੱਲ ਨੂੰ, ਜਿਹੜੇ ਹੈ ਆਤਮ ਤੀਰਥ ਵੱਲ ਨੂੰ ਜਾਂਦੇ ਆ, ਉਹ ਤੋਲਦੇ ਆ ਇਹਨੂੰ। 10ਵਾਂ ਬੰਦ ਆ ਗਿਆ, ਸੇਵਕ ਸੇਵੇਂ ਕਰੇ ਅਰਦਾਸ। ਜਿਹੜੇ ਸੇਵਾ ਕਰਦੇ ਆ, ਉਹ ਭਗਤੀ ਕਰਦੇ ਆ ਤੇ ਬੇਬਲ ਹੋ ਕੇ ਅਰਦਾਸ ਵੀ ਕਰਦੇ ਆ ਵੀ ਦਰ ਖੋਲ ਮਾਲਕਾ। ਸੇਵਕ ਸੇਵੇਂ ਕਰੇ ਅਰਦਾਸ, ਤੂੰ ਆਪੇ ਮੇਲ ਬਹਾਲੇ ਪਾਸ। ਮਾਲਕ ਨੇ ਮਿਹਰ ਕਰਨੀ ਹੈ, ਆਪਣੇ ਨੇੜੇ ਬਿਠਾ ਲੈਂਦਾ ਹੈ, ਵਿਚਾਰ ਬੰਦ ਹੋ ਜਾਂਦੇ ਆ। ਸਭਨਾ ਜੀਆਂ ਕਾ ਸੁਖ ਦਾਤਾ ਪੂਰੇ ਕਰਮੇ ਧਿਆਇਆ। ਸਾਰੇ ਜੀਆਂ ਦਾ ਸੁੱਖਾਂ ਦਾ ਦਾਤਾ ਉਹੀ ਮਾਲਕ ਪਰਮਾਤਮਾ ਹੈਗਾ ਭਾਈ। ਔਰ ਜਿਹੜਾ ਵੀ ਉਹਦੇ ਧਿਆਨ 'ਚ ਜਾਂਦਾ ਹੈ, ਜਿਹੜਾ ਮਾਲਕ ਨੂੰ ਧਿਆ ਰਿਹਾ ਹੈ, ਜਿਹਨੂੰ ਪਰਮੇਸ਼ਰ ਦਾ ਧਿਆਨ ਆ ਗਿਆ, ਧਿਆਨ ਦਾ ਮਤਲਬ ਹੈ ਜਿਹਨੂੰ ਮਾਲਕ ਯਾਦ ਆ ਹਮੇਸ਼ਾ, ਜਿਹੜਾ ਹੈ ਮਾਲਕ ਯਾਦ ਹੈ ਜਿਹਨੂੰ, ਤੇ ਭਾਈ ਉਹਦੇ ਪੂਰੀ ਬਖਸ਼ਿਸ਼ ਆ, ਪੂਰੇ ਕਰਮ ਆ ਉਹਦੇ ਉੱਤੇ, ਪੂਰੀ ਕਿਸਮਤ ਆ ਉਹਦੀ ਖੁੱਲੀ। ਜਤ ਸਤ ਸੰਜਮ ਜੇ ਸੱਚ ਕਮਾਵੈ। ਦੇਖ ਲਓ, ਕਹਿੰਦੇ ਜਤ ਸਤ ਸੰਜਮ, ਕੰਟਰੋਲ ਆਫ ਸੈਂਸਸ, ਸਤ ਸੱਚਾ ਆਚਰਣ, ਸੰਜਮ ਆਪਣੇ ਮਨ ਦੇ ਉੱਤੇ ਕੰਟਰੋਲ, ਤਾਂ ਆਊਗਾ ਜੇ ਸੱਚ ਕਮਾਵੇ। ਜੇ ਸੱਚ ਦੀ ਕਮਾਈ ਕਰੇਗਾ ਇਨਸਾਨ, ਕਮਾਈ ਕਰਨੀ ਪੈਣੀ ਹੈ, ਸਵਾਸ ਲਾਉਣੇ ਪੈਣੇ ਆ ਭਾਈ। ਕਮਾਈ ਸੱਚ ਹੈਗਾ, ਨਿਰੋਲ ਸੱਚ ਹੈ, ਪਰਮਾਤਮਾ ਜਿਹੜਾ ਹੈਗਾ ਸੁੰਨ ਹੈਗਾ। ਬਸ ਇਹ ਮਾਇਆ ਕੱਚ, ਇਹਨੂੰ ਛੱਡੋ ਤੇ ਸੱਚ ਦੇ ਨਾਲ ਜੁੜ ਜਾਵਾਂ। ਜਤ ਸਤ ਸੰਜਮ ਜੇ ਸੱਚ ਕਮਾਵੇ, ਇਹ ਮਨ ਨਿਰਮਲ ਜੇ ਹਰ ਗੁਣ ਗਾਵੇ। ਮਨ ਨਿਰਮਲ ਤਾਂ ਹੋਊਗਾ ਜੇ ਪਰਮਾਤਮਾ ਦੇ ਗੁਣ ਹੋਣਗੇ ਆਪਣੇ ਪੱਲੇ। ਜੇ ਗੁਣ ਹੋਣਗੇ ਪੱਲੇ ਤਾਂ ਜਿਹੜਾ ਹੈਗਾ ਧਿਆਨ ਲੱਗੇਗਾ। ਮਨ ਨਿਰਮਲ, ਇਹ ਮਨ ਨਿਰਮਲ ਜੇ ਹਰ ਗੁਣ ਗਾਵੇ। ਜੇ ਗੁਣ ਹੋਣਗੇ, ਫਾਈਨਲ ਆਪਾਂ ਨੂੰ ਸਰੀਰ ਦੇ ਵਿੱਚੋਂ ਗੁਣ ਆਉਣੇ ਆ, ਅਵਗੁਣ ਜਾਣੇ ਆ। ਆਹੀ ਮੈਲ ਹੈਗੀ ਆ। ਜਦ ਮੈਲ ਨਿਕਲ ਗਈ ਤੇ ਮਨ ਨੇ ਨਿਰਮਲ ਹੋ ਜਾਣਾ। ਮਨ ਨੂੰ ਆਹੀ ਤਾਂ ਮੈਲ ਆ ਅਵਗੁਣਾਂ ਦੀ। ਜਤ ਸਤ ਸੰਜਮ ਜੇ ਸੱਚ ਕਮਾਵੇ, ਇਹ ਮਨ ਨਿਰਮਲ ਜੇ ਹਰ ਗੁਣ ਗਾਵੇ। ਇਸ ਬਿਖ ਮੈਂ ਅੰਮ੍ਰਿਤ ਪ੍ਰਾਪਤ ਹੋਵੇ, ਹਰ ਜਿਉ ਮੇਰੇ ਪਾਇਆ। ਦੇਖ ਲਓ ਭਾਈ, ਇਹ ਪੂਰਾ ਦਾ ਪੂਰਾ ਚੋਗਾ ਖਿਲ ਰਿਹਾ ਪਿਆ। ਸੰਸਾਰ ਜਿਹੜਾ ਵਿਸ਼ੇ ਵਿਕਾਰਾਂ ਦਾ, ਚਾਰ ਸਪੇਰੇ ਸਵਾਦ ਪਦਾਰਥ ਭੋਗ ਪਏ ਹੋਏ ਆ, ਇਹਦੇ ਵਿੱਚੇ ਹੀ ਕਹਿੰਦੇ ਆ ਜਿਹੜੇ ਅਭਿਆਸੀ ਹੁੰਦੇ ਆ, ਉਹ ਅੰਮ੍ਰਿਤ ਲੱਭ ਲੈਂਦਾ ਉਹਨਾਂ ਨੂੰ। ਅੰਮ੍ਰਿਤ ਦੀ ਬੂੰਦ ਆਪਣੇ ਅੰਦਰ ਵੜਦੇ ਆ, ਜਿਹੜੇ ਮਨ ਨੂੰ ਖੜਾ ਕਰਦੇ ਆ, ਨਾਮ ਤਨ ਇਕੱਠਾ ਹੋ ਜਾਂਦਾ ਜਿਨ੍ਹਾਂ ਦਾ, ਤੇ ਅੰਮ੍ਰਿਤ ਪ੍ਰਾਪਤ ਹੋ ਜਾਂਦਾ। ਹਰ ਜਿਉ ਮੇਰੇ ਪਾਇਆ। ਮਾਲਕ ਪਰਮਾਤਮਾ ਨੂੰ ਆਹ ਚੀਜ਼ ਪਾਉਂਦੀ ਹੈ। ਜਿਹਨੂੰ ਅੰਮ੍ਰਿਤ ਦੇ ਦਿੱਤਾ, ਬਸ ਉਹ ਤਾਂ ਬੂੰਦ ਸਾਗਰ ਦੇ ਵਿੱਚ ਚਲੀ ਗਈ। ਜਿਸਨੂੰ ਬੁਝਾਏ ਸੋਈ ਬੂਝੈ। ਬੁਝਾਉਣਾ ਮਾਲਕ ਨੇ ਹੈ ਭਾਈ। ਉਹੀ ਬੁਝੂਗਾ ਜਿਹਨੂੰ ਮਾਲਕ ਬੁਝਾਊਗਾ, ਪਰ ਜਿਹੜਾ ਬੁਝਣਾ ਚਾਹੂਗਾ ਉਸ ਨੂੰ ਬੁਝਾਊਗਾ। ਕਿਹੜਾ? ਹਰ ਗੁਣ ਗਾਵੇ ਅੰਦਰ ਸੂਝੈ। ਜਿਹੜਾ ਪਰਮੇਸ਼ਰ ਦੇ ਗੁਣ ਧਾਰਨ ਕਰਦਾ ਹੈ। ਗੁਣ ਗਾਉਣੇ ਕੀ ਹੈ? ਮਾਲਕ ਦੇ ਗੁਣ ਆਪਣੇ ਅੰਦਰ ਵਸਾਉਣੇ ਹੈ। ਸੱਚ ਦੇ ਨਾਲ ਜੁੜ ਗਿਆ ਜਿਹੜਾ, ਸਤ ਸੰਤੋਖ ਦਇਆ ਧਰਮ ਧੀਰਜ ਇਹਦੇ ਅੰਦਰ ਆ ਗਏ, ਉਹਨੂੰ ਆਪਣੇ ਅੰਦਰ ਦਾ ਪਈ, ਆਪਣੇ ਅੰਦਰ ਦੀ ਸਾਰੀ ਸੋਝੀ ਹੋ ਜਾਊਗੀ। ਕਿੱਥੇ ਕਿੱਥੇ ਗੰਦਗੀ ਪਈ ਹੋਈ ਹੈ,
ਕਿੱਥੇ ਕਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹਨਾਂ ਨੇ ਸਾਰਾ ਗੰਦ ਪਾਇਆ ਹੋਇਆ ਹੈ। ਜਿਸ ਨੂੰ ਬੁਝਾਏ ਸੋਈ ਬੂਝੈ, ਜਿਹੜੇ ਸੰਸਕਾਰ ਬਣੇ ਹੋਏ, ਲੀਹਾਂ ਬਣੀਆਂ, ਅਮਲ ਬਣੇ ਹੋਏ ਆਪਣੇ, ਜਿਸ ਨੂੰ ਬੁਝਾਏ ਸੋਈ ਬੂਝੈ, ਹਰ ਗੁਣ ਗਾਵੇ ਅੰਦਰ ਸੂਝੈ, ਹਉਮੈ ਮੇਰਾ ਠਾਕ ਰਹਾਏ, ਸਹਿਜੇ ਹੀ ਸੱਚ ਪਾਇਆ। ਮੈਂ ਮੇਰੀ ਹਉਮੈ ਜਿਹੜੀ ਹੈਗੀ ਇਹ ਠਾਕਣੀ ਪੈਂਦੀ ਹੈ ਭਾਈ, ਠੱਕ ਜਾਂਦੀ ਹੈ। ਮਨ ਨੂੰ ਮਨ ਹੀ ਜਿੱਤ ਲੈਂਦਾ ਹੈ ਔਰ ਸਹਿਜ ਅਵਸਥਾ ਆ ਜਾਂਦੀ ਹੈ, ਵਿਚਾਰ ਬੰਦ ਹੋ ਜਾਂਦੇ ਆ ਔਰ ਸੱਚ ਅੰਦਰ ਪ੍ਰਗਟ ਹੋ ਜਾਂਦਾ, ਆਤਮਾ ਪ੍ਰਗਟ ਹੋ ਜਾਂਦਾ, ਆਤਮਾ ਤਲ ਦੇ ਉੱਤੇ ਜਿਉਣਾ ਸ਼ੁਰੂ ਹੋ ਜਾਂਦਾ ਇਨਸਾਨ। ਬਿਨ ਕਰਮਾ ਹੋਰ ਫਿਰੈ ਕਨੇਰੀ। ਹੈ ਨਹੀਂ ਇਹ ਆਪਸ਼ਨ ਨਹੀਂ ਹੈਗਾ ਉਹਨਾਂ ਦਾ। ਹੁਣ ਕਹੀਏ ਵੀ ਬਗੈਰ ਕਰਮਾਂ ਦੇ ਉਹਨਾਂ ਦੇ ਕਰਮਾਂ ਦੇ ਵਿੱਚ ਨਹੀਂ ਹੈਗੀ ਇਹ ਚੀਜ਼, ਉਹਨਾਂ ਦੇ ਭਾਗ ਨਹੀਂ ਹੈਗੇ, ਫਿਰ ਤਾਂ ਮਨੁੱਖ ਜੀਵਨ ਦਾ ਫਾਇਦਾ ਕੀ ਹੈ? ਜੇ ਕਹੀਏ ਵੀ ਕਰਮਾਂ 'ਚ ਹੈ ਨਹੀਂ ਗੀ, ਮਾਲਕ ਨੇ ਕਰਮਾਂ 'ਚ ਪਾਈ ਹੀ ਨਹੀਂ ਹੈਗੀ, ਐਵੇਂ ਦੀ ਗੱਲ ਤਾਂ ਹੈ ਨਹੀਂ। ਫਿਰ ਮਨੁੱਖ ਜੀਵਨ ਕਿਉਂ ਦਊਗਾ ਮਾਲਕ ਪਰਮਾਤਮਾ? ਕਾਹਦੇ ਲਈ ਮਨੁੱਖ ਜੀਵਨ ਦੇ ਵਿੱਚ ਭੇਜੂਗਾ? ਐਵੇਂ ਹੀ ਵੇਸਟ ਕਰਨ ਵਾਸਤੇ। ਬਿਨ ਕਰਮਾਂ ਹੋਰ ਫਿਰੈ ਕਨੇਰੀ। ਬਸ ਇਹ ਰਿਲੇਟਡ ਚੀਜ਼ ਹੈਗੀ। ਜਿਹੜਾ ਇਨਸਾਨ ਇੰਟਰਸਟ ਹੈਗਾ, ਜਿਹਨੂੰ ਇੰਟਰਸਟ ਹੈ ਇਸ ਚੀਜ਼ ਦੇ, ਜਿਹੜਾ ਇਸ ਪਾਸੇ ਜਿਹੜਾ ਹੈਗਾ ਇਹ ਵਸਤੂ ਧਿਆਨ ਸਿਮਰਨ ਭਗਤੀ ਜਿਹੜੀ ਹੈਗੀ ਆ, ਜਿਹਦੇ ਅੰਦਰ ਨਹੀਂ ਹੈਗੀ, ਜਿਹੜਾ ਇੰਟਰਸਟਡ ਨਹੀਂ ਹੈਗਾ, ਜਿਹੜੀ ਉਹ ਕਹਿੰਦੇ ਕਨੇਰੀ ਲੁਕਾਈ ਜਿਹੜੀ ਹੈਗੀ, ਉਹ ਭਗਤੀ ਚਾਹੁੰਦੀ ਨਹੀਂ ਹੈਗੀ। ਆ ਬੰਦਗੀ ਕਰਨਾ, ਇਹ ਕਰਮ ਕਰਨਾ ਚਾਹੁੰਦੇ ਹੀ ਨਹੀਂ ਹੈਗੇ। ਬਿਨ ਕਰਮਾਂ ਹੋਰ ਫਿਰੈ ਕਨੇਰੀ। ਫਿਰ ਅੱਗੇ ਮਾਲਕ ਦੀ ਜਿਹੜੀ ਬਖਸ਼ਿਸ਼ ਆ ਉਹ ਕਿਸ ਤਰੀਕੇ ਦੇ ਨਾਲ ਹੋਏਗੀ ਭਾਈ? ਉਹ ਕਰਮ ਦੀ ਬਖਸ਼ਿਸ਼ ਹੀ ਬਣ ਜਾਂਦੀ ਹੈ ਨਾ ਜੀ, ਹੈ ਨਾ। ਜਿਹੜਾ ਕਰਮ ਕਰਦੇ ਆ ਉਹਦੇ ਅਗੇਂਸਟ ਹੀ ਬਖਸ਼ਿਸ਼। ਹਾਂ ਬਸ ਇਹ ਰਿਲੇਟਡ ਹੀ ਹੈ ਕਰਮ। ਬਿਲਕੁਲ ਸਹੀ ਗੱਲ ਹੈ। ਬਿਨ ਕਰਮਾਂ ਹੋਰ ਫਿਰੇ ਕਨੇ। ਬਹੁਤ ਟਾਈਮ ਹੋ ਗਿਆ ਜੀ, ਬਹੁਤ ਟਾਈਮ ਹੋ ਗਿਆ, 500 ਸਾਲ ਹੋ ਗਏ। ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹਨਾਂ ਨੂੰ ਜਿਹੜਾ ਹੈਗਾ ਆਪਾਂ ਬਸ ਜਿਵੇਂ ਜਿਹੜੇ ਹੈਗੇ ਇਹ ਆਪਾਂ ਨੂੰ ਜਿਹੜੇ ਹੈਗੇ ਬਸ ਕੀ ਕਹੀਏ, ਆਪਾਂ ਨੂੰ ਜੋ ਸੁਣਾਉਂਦੇ ਸੀਗੇ ਸੁਣ ਕੇ ਆਪਾਂ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਮੰਨ ਕੇ ਆਪ ਤਾਂ ਆਪਾਂ ਲਾਉਂਦੇ ਨਹੀਂ ਸੀਗੇ ਆਪਣਾ ਜਿਹੜਾ ਹੈਗਾ ਟਾਈਮ। ਹੁਣ ਜਿਹੜਾ ਹੈਗਾ ਆਪਾਂ ਬਿਲਕੁਲ ਟਾਈਮ ਆਪਣਾ ਆਪ ਲਗਾ ਕੇ ਜਿਹੜਾ ਹੈਗਾ ਬਿਲਕੁਲ ਚੰਗੀ ਤਰ੍ਹਾਂ ਘੋਖ ਕੇ ਪਾਏ, ਕਿਉਂਕਿ ਜੀਵਨ ਆਪਣਾ ਹੈਗਾ। ਬਿਨ ਕਰਮਾਂ ਹੋਰ ਫਿਰ ਕਰਮੀ ਹੋਏ ਵਿਚਾਰ ਨੇ। ਹਾਂ ਫਿਰ ਉੱਥੇ ਕਿਉਂ ਕਹਿ ਰਹੇ ਮਹਾਰਾਜ ਜੀ ਕਰਮੀ ਹੋਏ ਵਿਚਾਰ? ਉੱਥੇ ਤਾਂ ਕਹਿ ਦਿੰਦੇ ਵੀ ਤੁਹਾਡੇ ਕਰਮਾਂ ਦੀ ਵਿਚਾਰ ਹੋਣੀ ਹੈ, ਇੱਥੇ ਕਰਮਾਂ ਨੂੰ ਕਹਿ ਦਿੰਦੇ ਜੀ ਇਹ ਤਾਂ ਜੀ ਬਖਸ਼ਿਸ਼ ਹੈ ਮਾਲਕ ਪਰਮਾਤਮਾ ਦੀ। ਵਾਹ ਜੀ ਵਾਹ, ਕਮਾਲ ਹੋਈ ਪਈ ਹੈ। ਬਿਨ ਕਰਮਾਂ ਹੋਰ ਫਿਰੈ ਕਨੇਰੀ, ਮਰ ਜੰਮੈ ਚੁਕੇ ਨਾ ਫੇਰੀ। ਲਓ ਰਿਜ਼ਲਟ ਲੈ ਲਓ। ਫਿਰ ਕਹਿੰਦੇ ਬਾਰ-ਬਾਰ ਜਨਮ ਮਰਨ 'ਚ ਜਾਈ ਜਾਏਗਾ, ਇਹ ਫੇਰਾ ਤਾਂ ਚੁੱਕਦਾ ਨਹੀਂ ਤੇਰਾ। ਬਸ ਆਹ ਜਿਹੜਾ ਆਉਣਾ ਜਾਣਾ, ਸਰੀਰ ਛੱਡਤਾ ਫਿਰ ਵਾਪਸ ਸਰੀਰ 'ਚ ਆ ਗਿਆ, ਫਿਰ ਛੱਡਤਾ ਫਿਰ ਸਰੀਰ 'ਚ ਆ ਗਿਆ, ਫਿਰ ਕਰਦਾ ਤਾਂ ਬਣਾਏ ਨਾ। ਹਾਂ ਮਰ ਜੰਮੈ ਚੁਕੇ ਨਾ ਫੇਰੀ। ਆ ਫੇਰੀ ਦੀ ਗੱਲ ਜਿਹੜੀ ਹੈ ਨਾ, ਆਪਾਂ ਦੂਸਰੀਆਂ ਜੂਨਾਂ ਦੀ ਗੱਲ ਛੱਡ ਦਈਏ, ਇਹ ਮਨੁੱਖਾ ਜੂਨ ਦੀ ਫੇਰੀ ਹੈਗੀ ਹੈ। ਬਈ ਮਨੁੱਖ ਜੂਨ ਮਿਲਦੀ ਹੈ ਫਿਰ ਗਵਾ ਕੇ ਚਲੇ ਜਾਂਦਾ, ਫਿਰ ਜਿਹੜਾ ਕੱਟ ਕੇ ਆਉਂਦਾ 84 ਫਿਰ ਮਨੁੱਖ ਜੂਨ ਲੱਭਦੀ ਹੈ ਫਿਰ ਗਵਾ ਕੇ ਚਲੇ। ਆਹ ਫੇਰੀ ਜਾਂਦੀ ਨਹੀਂ ਇਹਦੀ। ਬਾਰ-ਬਾਰ ਮਨੁੱਖ ਜੂਨ ਮਿਲਦੀ ਹੈ ਗਵਾਈ ਜਾ ਰਿਹਾ, ਮਿਲਦੀ ਹੈ ਗਵਾਈ ਜਾ ਰਿਹਾ। ਭਾਈ ਇੰਨਾ ਹਾਰਡ ਜਿਹੜਾ ਹੈਗਾ, ਇੰਨੀ ਮਿਹਨਤ ਕਰਕੇ ਇੰਨੀਆਂ ਜੂਨਾਂ ਕੱਟ ਕੇ ਮਨੁੱਖ ਜੂਨ 'ਚ ਆਉਂਦੇ ਆ ਆਪਾਂ, ਔਰ ਜਿਹੜਾ ਹੈਗਾ ਸਵਾਦਾਂ ਦੇ ਵਿੱਚ ਭੋਗਾਂ ਦੇ ਵਿੱਚ ਗਵਾ ਕੇ ਆਓ ਗਏ ਤੇ ਆਓ ਗਏ। ਕੀ ਕਰਦੇ ਆ ਆਪਾਂ? ਕਿਸ ਤਰ੍ਹਾਂ ਗਵਾਉਂਦੇ ਆ? ਬਿੱਕਾ ਰਾਤਾ ਬਿੱਖ ਕਮਾਵੈ ਸੁੱਖ ਨਾ ਕਬਹੂ ਪਾਇਆ। ਲਓ ਕਹਿੰਦੇ ਵਿਸ਼ੇ ਵਿਕਾਰਾਂ ਦਾ ਰੱਤਿਆ ਪਿਆ ਇਨਸਾਨ ਆ, ਐਸੇ ਸੰਸਕਾਰ ਹੈਗੇ ਉਹਦੇ ਅੰਦਰ ਵਿਸ਼ੇ ਵਿਕਾਰਾਂ ਦੇ, ਇਹਦੀ ਕਮਾਈ ਕਰਦਾ ਹੈ। ਬਸ ਉਹ ਕਰਮ ਕਰਦਾ ਹੀ ਨਹੀਂ। ਬਿਨ ਕਰਮਾ ਉਹ ਭਗਤੀ ਵਾਲੀ ਗੱਲ ਹੈ ਹੀ ਨਹੀਂ, ਇੰਟਰਸਟ ਹੀ ਨਹੀਂ ਹੈਗਾ। ਬਿੱਕਾ ਰਾਤਾ ਬਿੱਖ ਕਮਾਵੈ ਸੁੱਖ ਨਾ ਕਬਹੂ ਪਾਇਆ। ਕਹਿੰਦੇ ਕਦੀ ਸੁੱਖ ਪ੍ਰਾਪਤ ਹੀ ਨਹੀਂ ਹੋਇਆ, ਕਦੀ ਪਾਇਆ ਹੀ ਨਹੀਂ ਸੁੱਖ ਮਾਲਕ ਨੇ ਪਾਇਆ ਹੀ ਨਹੀਂ ਇਹਦੇ ਵਿੱਚ। ਔਰ ਦੂਸਰਾ ਜਿਹੜਾ, ਜੇ ਆਪਾਂ ਰੱਬ ਵਾਲੇ ਪਾਸੇ ਤੁਰ ਵੀ ਪੈਂਦੇ ਆ ਤੇ ਆਪਾਂ ਭੇਖ ਦੇ ਵਿੱਚ ਆ ਜਾਂਦੇ ਹਾਂ।
ਵੇਸ ਹੋਰ ਵੀ ਲੋਕ ਕਹਿੰਦੇ ਜੀ ਦੱਦਾ ਦੋਸ ਨਾ ਦੇਈ ਕਰਤਾ ਦੋਸ ਕਰਮਾ ਆਪਣੇ ਕੁਛ ਏਦਾਂ ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਆਵਰਜਨਾ ਅਵਰ ਜਨਾ ਜੀ 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 ਬਿਨ ਸ਼ਬਦ ਹਉਮੈ ਨਹੀਂ ਸੌਰੀ ਬਹੁਤੇ ਭੇਖ ਕਰੇ ਭੇਖ ਧਾਰੀ ਆ ਦੇਖ ਲਓ ਭੇਖ ਦੇ ਉੱਤੇ ਆਪਾਂ ਜੇ ਕੋਈ ਇਨਸਾਨ ਜਿਹੜਾ ਹੈਗਾ ਨਾ ਆ ਵੀ ਜਾਊਗਾ ਕਰਮਾਂ ਦੇ ਕਰਮਕਾਂਡ 'ਚ ਫਸ ਜਾਊਗਾ ਆ ਭੇਖ ਕਰ ਲੂਗਾ ਬਸ ਬਹੁਤੇ ਭੇਖ ਕਰੇ ਭੇਖ ਧਾਰੀ ਜਾਂ ਜਿਹੜਾ ਹੈਗਾ ਰੂਟੀਨ ਦੇ ਵਿੱਚ ਆ ਜਾਊਗਾ ਆ ਜਿਹੜਾ ਆ ਸਾਡਾ ਜੀ ਨਿਤਨੇਮ ਹੈਗਾ ਪਤਾ ਨਹੀਂ ਆ ਇੰਨੇ ਵਜੇ ਉੱਠਦੇ ਆ ਇੰਨੇ ਵਜੇ ਆ ਕਰਦੇ ਆ ਇੰਨੇ ਵਜੇ ਨਹਾਉਣੇ ਆ ਧੋਨੇ ਆ ਸਾਰਾ ਜਿਹੜਾ ਹੈਗਾ ਪਾਠ ਕਰਦੇ ਪੰਜਾਂ ਬਾਣੀ ਦਾ ਪਾਠ ਗੁਰਦੁਆਰੇ ਜਾ ਕੇ ਹੁਕਮਨਾਮਾ ਲਿਆ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਮੂੰਹ 'ਚ ਕੋਈ ਚੀਜ਼ ਪਾਉਨੇ ਔਰ ਧਿਆਨ ਉਹ ਹੈ ਨਹੀਂਗਾ ਵਿੱਚ ਅਸਲੀ ਚੀਜ਼ ਹੈ ਹੀ ਨਹੀਂ ਜਿਹੜੀ ਚਾਹੀਦੀ ਜਿਹੜੀ ਬਾਣੀ ਪਾਲ 'ਚ ਕਹਿ ਰਹੀ ਹੈ ਬਹੁਤੇ ਭੇਖ ਕਰੇ ਭੇਖ ਧਾਰੀ ਬਿਨ ਸ਼ਬਦ ਹੈ ਹਉਮੈ ਕਿਨੇ ਮਾਰੀ ਔਰ ਫਿਰ ਜਿਹੜੀ ਹਉਮੈ ਇੰਨੀ ਪ੍ਰਧਾਨ ਹੁੰਦੀ ਅਗਲਾ ਮੰਨਦਾ ਹੀ ਨਹੀਂ ਕਹਿੰਦੇ ਭਗਤੀ ਤਾਂ ਆਹੀ ਹੈ ਕਿ ਆਹ ਕਿਹੜੀ ਭਗਤੀ ਹੈ ਤੁਸੀਂ ਬੈਠੇ ਚੁੱਪ ਬੈਠਣਾ ਇਹ ਕੋਈ ਭਗਤੀ ਹੈਗੀ ਹੈ ਚੁੱਪ ਕਰਕੇ ਬੈਠ ਜਾਣਾ ਆਪਣੇ ਵਿਚਾਰ ਬੰਦ ਕਰਨੇ ਦੇਖਣਾ ਅੰਦਰ ਆਪਣੇ ਕਹਿੰਦੇ ਇਹ ਕਿਹੜੀ ਭਗਤੀ ਹੋਈ ਭਾਈ ਬਾਣੀ ਤਾਂ ਇਹੀ ਕਹਿ ਰਹੀ ਹੈ ਸੁਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ ਬਾਣੀ ਤਾਂ ਆ ਕੁਛ ਕਹਿ ਰਹੀ ਹੈ ਭਾਈ ਪਰ ਇੱਧਰ ਤਾਂ ਮਾਥੇ ਤਿਲਕਾ ਤਮਾਲਾ ਬਨ ਲੋਗਨ ਰਾਮ ਖਿਲਾਉਣਾ ਜਾਨ ਬਸ ਆਹੀ ਚੀਜ਼ ਦੇਖ ਲਓ ਬਾਣੀ ਤਾਂ ਕਿ ਬਿਲਕੁਲ ਆਪਾਂ ਨੂੰ ਬਿਲਕੁਲ ਬਾਣੀ ਜਿਹੜੇ ਨਾ ਜੇ ਆਪਾਂ ਵਿਚਾਰੀਏ ਨਾ ਖੁਦ ਬਾਣੀ ਨੂੰ ਵਿਚਾਰੀਏ ਤੇ ਆਪਾਂ ਮੈਂ ਕਹਿੰਦਾ ਨਹੀਂ ਫਸ ਸਕਦੇ ਆਪਾਂ ਬਿਲਕੁਲ ਨਿਕਲ ਆਪਾਂ ਟਾਈਮ ਨਹੀਂ ਦਿੰਦੇ ਬਾਣੀ ਨੂੰ ਬਸ ਇੰਨੀ ਗੱਲ ਹੈ ਆਪਾਂ ਤਾਂ ਚਾਹੁੰਦੇ ਆ ਫਟਾਫਟ ਜੀ ਟੀਕੇ ਦੇਖ ਕੇ ਤੇ ਅਰਥ ਹੋ ਗਏ ਬਾਣੀ ਦੇ ਇੱਧਰ ਦਾ ਟੀਕਾ ਦੇਖ ਲਿਆ ਉਧਰ ਦਾ ਦੇਖ ਲਿਆ ਆ ਲਓ ਜੀ ਹੋ ਗਏ ਅਰਥ ਕਰ ਲੈ ਬਾਣੀ ਇਹ ਕੋਈ ਗੱਲ ਆ ਉਹ ਜਿਹੜੇ ਟੀਕੇਕਾਰ ਆ ਉਹ ਕਿਹੜਾ ਧਿਆਨ ਸਿਮਰਨ ਵਾਲੇ ਹੈਗੇ ਉਹਨਾਂ ਨੇ ਕਿਹੜਾ ਨਾਮ ਤੇ ਆਇਆ ਹੈ ਪਿਆਰਿਓ ਇਹ ਗ੍ਰਾਮਰ ਦੇ ਟੀਕੇ ਨਾਲ ਕੀ ਹੋ ਜਾਏਗਾ ਭਾਈ ਅੱਖਰਾਂ ਦੇ ਨਾਲ ਕੀ ਲੱਭ ਜਾਏਗਾ ਆਪਾਂ ਨੂੰ ਇਹ ਤਾਂ ਬਾਣੀ ਜੋ ਕਹਿ ਰਹੀ ਹੈ ਜੋ ਕੰਮ ਕਰਨ ਨੂੰ ਕਹਿ ਰਹੀ ਅੰਤਰ ਜੋ ਇਹਦੇ ਗਿਆਨ ਹੈ ਚੌਥੇ ਪਦ ਦੀ ਬਾਣੀ ਹੈਗੀ ਆ ਭਾਈ ਬ੍ਰਹਮ ਬਾਣੀ ਹੈਗੀ ਆ ਇਹ ਪ੍ਰੈਕਟੀਕਲ ਕਰਾਂਗੇ ਤੇ ਤਾਂ ਬਾਣੀ ਜਿਹੜੀ ਖੁੱਲੇਗੀ ਬਹੁਤੇ ਭੇਖ ਕਰੇ ਭੇਖ ਧਾਰੀ ਬਿਨ ਸ਼ਬਦੇ ਹਉਮੈ ਕਿਨੇ ਨਾ ਮਾਰੀ ਜੀਵਤ ਮਰੈ ਤਾਂ ਮੁਕਤ ਪਾਏ ਦੇਖ ਲਓ ਜਿਉਂਦੇ ਜੀ ਸਮਾਂ ਹੈਗਾ ਆਪਣੇ ਕੋਲ ਮਨ ਨੂੰ ਰੋਕ ਲਓ ਮਨ ਨੂੰ ਇਹ ਸਵਾਦਾਂ ਚੋਂ ਜੀਵਤ ਮਰੇ ਕੀ ਹੈ ਕਿੱਥੋਂ ਮਰਨਾ ਹੈ ਆਹ ਸਵਾਦਾਂ ਤੋਂ ਮਰਨਾ ਹੈ ਭਾਈ ਆਪਣੇ ਅੰਦਰ ਜਿਹੜੀ ਡਿਮਾਂਡ ਹੀ ਨਹੀਂ ਹੈ ਉਸ ਚੀਜ਼ ਦਾ ਜਿਹੜੀ ਹੈਗੀ ਬਿਲਕੁਲ ਸਰੀਰ ਨਹੀਂ ਮੰਗ ਰਿਹਾ ਆਪਾਂ ਦੇਈ ਜਾ ਰਹੇ ਦੇ ਸਵਾਦ ਜੀਭ ਕਹਿੰਦੀ ਆ ਵੀ ਖਿਲਾ ਦੇ ਆ ਵੀ ਪਿਲਾ ਦੇ ਆ ਵੀ ਕਰਾ ਦੇ ਆ ਵੀ ਕਰਾ ਦੇ ਸਾਰਾ ਕੁਛ ਇੱਥੋਂ ਮਰਨਾ ਹੈਗਾ ਭਾਈ ਜੀਵਤ ਮਰੇ ਤਾਂ ਮੁਕਤ ਪਾਏ ਮੁਕਤੀ ਤਾਂ ਹੋਏਗੀ ਮਾਲਕ ਨੇ ਸਵਾਦ ਹੀ ਤਾਂ ਰੱਖੇ ਹੋਏ ਆ ਭਾਈ ਰਸਤਾ ਸਵਾਦਾਂ ਨੇ ਤਾਂ ਰੋਕਿਆ ਹੋਇਆ ਹੈ ਇਹੀ ਤਾਂ ਹੈਗਾ ਜਿਸ ਤੋਂ ਮੁਕਤ ਹੋਣਾ ਹੈ ਆਪਾਂ ਨੇ ਇਹੀ ਤਾਂ ਮਾਇਆ ਹੈਗੀ ਆ ਜੀਵਤ ਮਰੇ ਤਾਂ ਮੁਕਤ ਪਾਏ ਸੱਚੇ ਨਾਏ ਸਮਾਇਆ ਇਸ ਤਰ੍ਹਾਂ ਜਿਹੜਾ ਹੈਗਾ ਨਾਮ ਦੇ ਵਿੱਚ ਸਮਾ ਜਾਂਦਾ ਹੈ ਪਾਏ ਅੰਮ੍ਰਿਤ ਆ ਜਾਂਦਾ ਹੈ ਉਹਨੂੰ अज्ञान तृष्णा इस तने जलाए अज्ञान तृष्णा इस तने जलाए देखो अज्ञानता कह रहे महाराज अज्ञानता ਦੇ ਵਿੱਚ ਜਿਹੜਾ ਹੈਗਾ ਫਿਰ ਕੀ ਹੁੰਦਾ ਹੈ ਹੁਣ ਮਨ ਜਿਹੜਾ ਕਹਿ ਰਿਹਾ ਆ ਵੀ ਦੇ ਆ ਵੀ ਦੇ ਆ ਵੀ ਦੇ ਹਰ ਪਾਸੇ ਤ੍ਰਿਸ਼ਨਾ ਹੈਗੀ ਬਈ ਇੰਨੇ ਹੋਰ ਕੰਮ ਕਰ ਆ ਵੀ ਬਿਜ਼ਨਸ ਕਰ ਇੰਨੇ ਪੈਸੇ ਹੋਰ ਇਕੱਠੇ ਕਰ ਲਾ ਬੈਂਕ 'ਚ ਹੋਰ ਵਧਾ बस ये तृष्णा लगी हुई है हर पासे दी तृष्णा लगी हुई है क्योंकि अज्ञानता है इस करके पता नहीं है भी ये छड़ के इत्थे देते इस तरह ही रह जाना है सारा का सारा खिलारा अज्ञान तृष्णा इस तने जलाए कहते बस की करदा है ये साड़ दी है तेनों इन्हें साड़ता तेरा जिहड़ा हैगा
ਇਸ ਤ੍ਰਿਸ਼ਨਾ ਨੇ ਤੇਰਾ ਜਿਹੜੇ ਸਵਾਸ ਖਤਮ ਕਰ ਦਿੱਤੇ, ਤੇਰਾ ਤਨ ਸਰੀਰ ਜਿਹੜਾ ਮਿਲਿਆ ਸੀਗਾ ਉਹਨੂੰ ਸਾੜ ਦਿੱਤਾ। ਉਹ ਟਾਈਮ ਤੇਰਾ ਸੜ ਗਿਆ ਇਹਦੇ ਵਿੱਚੋਂ, ਜਿਹੜਾ ਤੂੰ ਭਗਤੀ ਵੱਲ ਲਾ ਸਕਦਾ ਸੀ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ। ਦੇਖੋ ਵਾਪਸ ਬਾਣੀ ਨੇ ਤਾਂ ਟਸ ਤੋਂ ਮਸ ਨਹੀਂ ਹੋਣਾ ਪਾਏ। ਗੁਰੂ ਸ਼ਬਦ ਨੂੰ ਕਮਾਉਣਾ ਕੀ ਹੈ ਪਾਏ? ਜੋ ਗੁਰੂ ਕਹਿ ਰਿਹਾ ਹੈ। ਗੁਰੂ ਕਹਿ ਰਿਹਾ ਅੰਦਰ ਵੜ, ਬਾਹਰ ਦੀ ਯਾਤਰਾ ਛੱਡ, ਸਵਾਦ ਤਾਂ ਛੁੱਟਣਗੇ ਤੇਰੇ ਕੋਲੋਂ, ਇਹ ਤ੍ਰਿਸ਼ਨਾ ਤਾਂ ਜਾਊਗੀ। ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ। ਹੋਰ ਕੋਈ ਤਰੀਕਾ ਹੀ ਨਹੀਂ ਹੈਗਾ ਭਾਈ। ਤਨ ਮਨ ਸੀਤਲ, ਕ੍ਰੋਧ ਨਿਵਾਰੇ, ਹਉਮੈ ਮਾਰ ਸਮਾਇਆ। ਤਨ ਔਰ ਮਨ ਦੋਨੋਂ ਦੇ ਦੋਨੋਂ ਜਿਹੜੇ ਹੈਗੇ, ਪਹਿਲਾਂ ਮਨ ਸੀਤਲ ਹੋਏਗਾ, ਫਿਰ ਤਨ ਸੀਤਲ ਹੋ ਜਾਏਗਾ। ਕ੍ਰੋਧ ਜਿਹੜਾ ਹੈਗਾ ਨਿਕਲ ਜਾਏਗਾ। ਕਹਿੰਦੇ ਕ੍ਰੋਧ ਨੂੰ ਨਿਵਾਰ। ਇਹ ਕ੍ਰੋਧ ਹੋਰ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ, ਇਹ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਇਹ ਤਾਂ ਬਹੁਤ ਪਾਵਰਫੁਲ ਫੋਰਸਿਸ ਹੈ, ਬਹੁਤ ਜ਼ਿਆਦਾ ਪਾਵਰ ਹੈ ਇਹਨਾਂ ਦੇ ਵਿੱਚ। ਪ੍ਰਾਣ ਸ਼ਕਤੀ ਬਹੁਤ ਇੱਕਦਮ ਜਿਹੜੀ ਹੈਗੀ ਖਿੱਚ ਲੈਂਦੇ ਆ ਪੂਰੀ ਦੀ ਪੂਰੀ ਸਰੀਰ ਦੀ ਸ਼ਕਤੀ। ਇਹ ਕ੍ਰੋਧ ਵੀ ਤੇ ਕਾਮ ਵੀ ਦੋਨੋਂ ਦੇ ਦੋਨੋਂ ਫੁੱਲ ਪਾਵਰ 100% ਪਾਵਰ ਖਿੱਚਦੇ ਆ। ਅਗਿਆਨ ਅੰਧੇਰਾ ਇਸ ਤਨੇ ਜਲਾਏ, ਤਿਸ ਦੀ ਬੂਝੇ ਜੇ ਗੁਰ ਸ਼ਬਦ ਕਮਾਏ। ਤਨ ਮਨ ਸੀਤਲ, ਕ੍ਰੋਧ ਨਿਵਾਰੇ, ਹਉਮੈ ਮਾਰ ਸਮਾਇਆ। ਹਉਮੈ ਮਰ ਜਾਂਦੀ ਹੈ ਇਸ ਤਰੀਕੇ ਦੇ ਨਾਲ, ਔਰ ਉਹ ਸਮਾਈ ਹੋ ਜਾਂਦੀ ਆਤਮਾ ਦੇ ਵਿੱਚ। ਆਖਰੀ ਬੰਦ, ਸੱਚਾ ਸਾਹਿਬ ਸੱਚੀ ਵਡਿਆਈ। ਉਹ ਮਾਲਕ ਹਮੇਸ਼ਾ ਰਹਿਣ ਵਾਲਾ ਹੈ ਭਾਈ, ਬਹੁਤ ਵੱਡਾ ਹੈ ਮਾਲਕ ਪਰਮਾਤਮਾ। ਉਹਦੀ ਵਡਿਆਈ ਸੱਚੀ ਹੈ ਮਾਲਕ ਪਰਮਾਤਮਾ ਦੀ। ਉਹ ਮਾਲਕ ਪਰਮਾਤਮਾ ਦੀ ਵਡਿਆਈ ਕੀ ਹੈ? ਮਾਲਕ ਪਰਮਾਤਮਾ ਦੀ ਉਹਦਾ ਧਿਆਨ, ਉਸ ਮਾਲਕ ਪਰਮਾਤਮਾ ਦਾ ਧਿਆਨ। ਉਹ ਮਾਲਕ ਪਰਮਾਤਮਾ ਆਪਣੇ ਅੰਦਰ ਆਤਮਾ ਦੇ ਵਿੱਚ ਹੈਗਾ। ਆਤਮਾ ਉਹੀ ਮਾਲਕ ਪਰਮਾਤਮਾ ਹੈ। ਉਹ ਵੱਡਾ ਹੈ, ਉਹ ਸੱਚ ਹੈ। ਉਹਦੀ ਵਡਿਆਈ ਵੀ ਸੱਚੀ ਹੈ, ਕਿਉਂਕਿ ਉਹਦੇ ਨਾਲ ਹੀ ਉਸ ਤੱਕ ਪਹੁੰਚਿਆ ਜਾ ਸਕਦਾ ਹੈ। ਗੁਰ ਪ੍ਰਸਾਦੀ ਵਿਰਲੇ ਪਾਈ। ਗੁਰੂ ਦੀ ਕਿਰਪਾ ਦੇ ਨਾਲ ਕੋਈ ਟਾਵਾਂ ਜਿਹੜਾ ਇਸ ਗੱਲ ਨੂੰ ਇਹ ਗੱਲ ਉਹਦੀ ਵਡਿਆਈ ਕਰਨੀ ਕਿਵੇਂ ਕਰਨੀ ਹੈ? ਮਾਲਕ ਦੀ ਵਡਿਆਈ ਕਿਵੇਂ ਜਿਹੜਾ ਹੈਗਾ, ਇਹਨੂੰ ਜਿਹੜਾ ਹੈਗਾ ਬਸ ਸਿਫਤ ਸਲਾਹ ਕਿਵੇਂ ਕਰਨੀ ਹੈ ਜੀ? ਅਸੀਂ ਤਾਂ ਬਾਣੀ ਪੜ੍ਹ ਰਹੇ ਜੀ, ਆਹ ਸਿਫਤ ਸਲਾਹ ਕੀਰਤਨ ਸੁਣ ਰਹੇ, ਆਹ ਵੀ ਸਿਫਤ ਸਲਾਹ। ਸਾਰਾ ਆਪਾਂ ਜਿਹੜਾ ਹੈਗਾ ਉਹਨੂੰ ਪੂਰੀ ਤਰ੍ਹਾਂ ਜਿਹੜੇ ਹੈਗੇ ਦੇਖ ਲਓ ਕਿੱਥੇ ਕਿੱਥੇ ਵੰਡ ਦਿੰਦੇ ਆ। ਔਰ ਜਿਹੜੀ ਵਡਿਆਈ ਹੈਗੀ ਉਹ ਤਾਂ ਕਹਿੰਦੇ ਮਾਲਕ ਕਹਿੰਦੇ ਕੋਈ ਵਿਰਲਾ ਹੀ ਪਾਉਂਦਾ ਹੈ ਭਾਈ ਵਡਿਆਈ ਮਾਲਕ ਦੀ। ਮਾਲਕ ਥੋੜੀ ਨਾ ਕਹਿੰਦਾ ਹੈ ਕਿ ਤੂੰ ਮੈਨੂੰ ਜਿਹੜਾ ਹੈਗਾ ਮੈਨੂੰ ਵਾਹ ਕਹੀ ਜਾ। ਮਾਲਕ ਤਾਂ ਕਹਿੰਦਾ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਉਹਨੂੰ ਚੰਗਾ ਕਹਿ, ਵੱਡਾ ਉੱਚਾ ਕਹਿਣ ਲੱਗ ਜਾਣ ਕਿ ਉਹਦੀ ਕੀ ਫਰਕ ਪੈਂਦਾ? ਕਹਿੰਦੇ ਮਾਲਕ ਪਰਮਾਤਮਾ ਦੀ ਸਿਹਤ ਤੇ। ਆਪਾਂ ਨੇ ਆਪਣੇ ਆਪ ਨੂੰ ਮਿਲਣਾ ਹੈ ਭਾਈ, ਆਪਣੇ ਆਪ ਨੂੰ ਪਛਾਣਨਾ ਹੈਗਾ। ਬਸ ਆਪਣੇ ਆਪ ਨੂੰ ਹੀ ਵਡਿਆ ਰਹੇ ਆਪਾਂ। ਆਪਣੇ ਆਪ ਤੱਕ, ਆਤਮਾ ਤੱਕ ਬੁੱਝ ਗਏ ਤੇ ਉਹ ਪਰਮਾਤਮਾ ਨੂੰ ਆਪਣੇ ਆਪ ਉਹਦੇ ਨਾਲ ਮਰਜ ਹੋ ਜਾਵਾਂਗੇ। ਸੱਚਾ ਸਾਹਿਬ ਸੱਚੀ ਵਡਿਆਈ, ਗੁਰ ਪ੍ਰਸਾਦੀ ਵਿਰਲੇ ਪਾਈ। ਨਾਨਕ ਏਕ ਕਹੈ ਬੇਨੰਤੀ, ਨਾਮ ਸਮਾਇਆ। ਮਹਾਰਾਜ ਤਾਂ ਇੱਕ ਬੇਨਤੀ ਕਰ ਰਿਹਾ ਕਿ ਹੇ ਮੇਰੇ ਮਾਲਕਾ, ਬਸ ਆਪਣੇ ਅਭਿਆਸੀਆਂ ਵੱਲੋਂ, ਆਪਣੇ ਵੱਲੋਂ ਮਹਾਰਾਜ ਆਪਾਂ ਨੂੰ ਦੱਸ ਰਹੇ ਭਾਈ ਵੀ ਨਾਮ ਦੇ ਦੁਆਰਾ, ਨਾਮ ਦੇ ਵਿੱਚ ਸਮਾਇਆ ਜਾ ਸਕਦਾ ਹੈ। ਇਹ ਧਿਆਨ ਸਿਮਰਨ ਦੇ ਦੁਆਰਾ, ਬੰਦਗੀ ਦੇ ਦੁਆਰਾ ਜਿਹੜਾ ਹੈਗਾ ਇਹ ਗੇਮ ਜਿਹੜੀ ਹੈਗੀ ਜਿੱਤੀ ਜਾ ਸਕਦੀ ਆ। ਇਹ ਕਾਮ ਕ੍ਰੋਧ ਲੋਭ ਮੋਹੰਕਾਰ ਔਰ ਜਿਹੜਾ ਜੋ ਵੀ ਇਹ ਦੁਨੀਆ ਦੇ ਵਿੱਚ ਇਹ ਮੋਹ ਮਾਇਆ ਦਾ, ਸਵਾਦਾਂ ਦਾ ਜਿਹੜਾ ਹੈਗਾ ਝਾੜ ਪਿਆ ਹੋਇਆ ਹੈ, ਚਾਰ ਸਪੇਰੇ ਚੋਗਾ ਖਿਲ ਰਿਹਾ ਹੈ, ਇਸ 'ਚੋਂ ਜਿਹੜਾ ਹੈਗਾ ਬਚਿਆ ਜਾ ਸਕਦਾ ਹੈ। ਇਹਦੇ ਵਿੱਚ ਰਹਿ ਕੇ ਜਿਹੜਾ ਹੈਗਾ ਇਹ ਆਪਾਂ ਆਪਣਾ ਟਾਰਗੇਟ ਅਚੀਵ ਕਰ ਸਕਦੇ ਹਾਂ।
हाँ जी ਪਹਿਲਾ ਹੋਇਆ ਹੈ, ਦੋ ਹੈਗੇ ਬਸ ਮੇਰਾ ਸਰੀਰ ਇਜਾਜ਼ਤ ਨਹੀਂ ਦਿੰਦਾ, ਥੋੜੀ ਕਮਜ਼ੋਰੀ ਹੈਗੀ। ਇੱਕ ਰਹਿ ਗਿਆ ਜੀ, ਇੱਕ ਹਾਂ ਇੱਕ ਬਸ ਬਾਅਦ ਚ ਕਰਾਂਗੇ ਰਾਮ ਪ੍ਰਕਾਸ਼ ਜੀ, ਅੱਜ ਨਹੀਂ ਮੇਰਾ ਠੀਕ ਹੈ ਜੀ। ਨਹੀਂ ਕੋਈ ਨਹੀਂ ਮੈਂ ਤਾਂ ਅਸੀਂ ਦੱਸਿਆ ਜੀ, ਇੱਕ ਰਹਿ ਗਿਆ। ਹਾਂਜੀ 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 ਠੀਕ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾਇਆ ਵੀ ਠੀਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀਓ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਰੇਸ਼ਮ ਲਾਲ ਜੀ ਤੁਹਾਡਾ ਮੋੜ ਪੈ ਗਿਆ ਕਿ ਨਹੀਂ ਪਿਆ ਹਾਲੇ, ਕਿ ਹਾਲੇ ਵੱਧ ਰਿਹਾ ਹੈ ਕੰਮ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਨਿੱਜਾ ਸਾਹਿਬ ਕਿਹਨਾਂ ਨੂੰ ਕਹਿ ਰਹੇ ਹੋ? ਮੈਂ ਰੇਸ਼ਮ ਲਾਲ ਜੀ ਨੂੰ ਪੁੱਛ ਰਿਹਾ ਸੀਗਾ, ਉਹਨਾਂ ਦੀ ਤਬੀਅਤ ਖਰਾਬ ਹੈ। ਮੈਂ ਕਿਹਾ ਵੀ ਉਹਦਾ ਮੋੜ ਪੈ ਗਿਆ ਜੀ ਜਾਂ ਹਾਲੇ ਜਿਹੜਾ ਹੈਗਾ ਬਹੁਤ ਜ਼ਿਆਦਾ? ਵੀਰ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਲਕ ਨੇ ਕਿਰਪਾ ਕਰ ਦਿੱਤੀ, ਮੋੜ ਪੈ ਗਿਆ, ਬਹੁਤ ਜ਼ਿਆਦਾ ਪੈ ਗਿਆ। ਬਿਲਕੁਲ ਬਸ ਮੈਨੂੰ ਪਤਾ ਹੈ। ਗਲਾ ਗੁਲਾ ਫੀਵਰ ਹੋ ਗਿਆ ਸੀ? ਲੱਖ ਸ਼ੁਕਰੀਆ ਜੀ, ਲੱਖ ਸ਼ੁਕਰੀਆ ਮਾਲਕ ਦਾ। ਉਹੀ ਚੀਜ਼ ਹੈ, ਫੀਵਰ ਹੋ ਗਿਆ ਸੀ? ਹਾਂਜੀ ਹਾਂਜੀ ਹਾਂ ਵਾਇਰਲ ਜਿਹਾ ਹੋ ਗਿਆ ਸੀ ਜੀ, ਬਹੁਤ ਜ਼ਿਆਦਾ। ਕੋਈ ਨਹੀਂ ਸਾਰੇ ਕਿਤੇ ਚੱਲਿਆ ਹੋਇਆ ਬਸ ਉਹੀ ਮੈਂ ਕਹਿ ਰਿਹਾ ਨਾ, ਬਹੁਤ ਜ਼ਿਆਦਾ ਜਾਨੂ ਹੋ ਗਿਆ ਸੀ। ਗਲਾ ਜਿਹੜਾ ਹੈ ਪੂਰਾ ਅੰਦਰ ਜਿਹੜਾ ਨਾ ਇੰਨਾ ਤੁਹਾਡਾ ਛਿੱਲਿਆ ਜਾਣਾ ਹੈ ਗਲਾ, ਫਿਰ 2 ਦਿਨ ਚ ਠੀਕ ਹੋਊਗਾ ਇਹ। ਹਾਂਜੀ ਕੁਛ ਨਹੀਂ ਖਾਦਾ ਪੀਤਾ ਜਾਂਦਾ, ਬੋਲਿਆ ਵੀ ਨਹੀਂ ਜਾਂਦਾ ਸੀ। ਬਸ ਮੈਨੂੰ ਪਤਾ, ਮੈਂ ਇਹ ਚੀਜ਼ ਇਸੇ ਸਟੇਜ ਤੋਂ ਮੈਂ ਗਿਆ ਹਾਂ। ਬਹੁਤ ਵਧੀਆ ਜੀ, ਚਲੋ ਮਾਲਕ ਪਰਮਾਤਮਾ ਦਾ ਸ਼ੁਕਰ ਆ। ਵਾਹਿਗੁਰੂ